ਇੰਡੀਆ ਦੇ ਵਿੱਚ ਕੁਛ ਨਾ ਕੁਛ ਹੁੰਦਾ ਰਹਿੰਦਾ। ਪਹਿਲਾਂ ਆਪਾਂ ਦੇਖਿਆ ਕਿ ਫਾਰਮ ਪ੍ਰੋਟੈਸਟ ਜਿਵੇਂ ਹੋਈ ਸੀ, ਉਹਦੇ ਰਿਸਪੌਂਸ 'ਚੋਂ ਕੈਨੇਡਾ ਦੇ ਗੁਰਦੁਆਰਿਆਂ 'ਚੋਂ ਕੈਨੇਡਾ ਦੇ ਜਿਹੜੇ ਸਿੱਖ ਨੇ ਉਹ ਵੀ ਪ੍ਰੋਟੈਸਟ ਵਗੈਰਾ ਕਰਦੇ ਆ। ਉਹਦੇ ਵਿੱਚ ਜਿਹੜੇ ਨਿੱਜਰ ਸੀਗੇ ਇਨਵੋਲਵ ਸੀਗੇ ਕਾਫੀ, ਤੇ ਉਹਦੇ ਵਿੱਚ ਖਾਲਿਸਤਾਨ ਦੀ ਡਿਮਾਂਡ ਵੀ ਉਠਾਈ ਜਾਂਦੀ ਸੀ। ਕੈਨੇਡੀਅਨ ਲਾਅ ਨੂੰ ਤਾਂ ਉਹਨਾਂ ਨੇ ਵਾਇਲੇਟ ਨਹੀਂ ਕੀਤਾ। ਜਿਹੜੇ ਸੈਪਰੇਟਿਜ਼ਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਟੈਰਰਿਸਟ ਕਿਹਾ ਜਾਂਦਾ। ਮੈਂ ਖੁਦ ਇਹ ਗੱਲ ਨੋਟਿਸ ਕੀਤੀ ਹੈ, ਜਦੋਂ ਉਹ ਹਰਦੀਪ ਨਿੱਜਰ ਦਾ ਨਾਮ ਲੈਂਦੇ ਨੇ ਉਹਦੇ ਅੱਗੇ ਉਹ ਟੈਰਰਿਸਟ ਬੋਲਦੇ ਨੇ। ਸੋ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ। ਇੰਡੀਅਨ ਮੀਡੀਆ ਦਾ ਆਪਣਾ ਇੱਕ ਐਕੋਸਿਸਟਮ ਹੈਗਾ। ਇੰਡੀਆ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਐਸਕੇਲੇਟ ਕਰਦੀ ਆ ਡਾਇਸਪੋਰਾ ਦੇ ਥਰੂ, ਤੇ ਡਾਇਸਪੋਰਾ ਜਿਹੜਾ ਹੈਗਾ ਇਹਨੂੰ ਪੰਪ ਕਰ ਰਿਹਾ ਵਿਦ ਦ ਹੈਲਪ ਆਫ ਪਾਕਿਸਤਾਨ। ਇੰਡੀਆ ਇਹ ਮੰਨਦਾ ਕਿ ਕਿਸੇ ਵੀ ਕਿਸਮ ਦੀ ਜਿਹੜੀ ਸੈਪਰੇਟਿਜ਼ਮ ਦੀ ਡਿਮਾਂਡ ਉਹ ਉਹਨਾਂ ਦੀ ਸਿਕਿਉਰਿਟੀ ਥ੍ਰੈਟ ਹੈ। ਸਤਿ ਸ਼੍ਰੀ ਅਕਾਲ ਗੁਰਸ਼ਮਸ਼ੀਰ, ਆਪ ਦਾ ਮਾਈਲਜ਼ ਟੂ ਮਿਲ ਪੰਜਾਬੀ ਤੇ ਬਹੁਤ ਸਵਾਗਤ ਹੈ। ਥੈਂਕ ਯੂ ਕਰਨ, ਥੈਂਕਸ ਫॉर ਹੈਵਿੰਗ ਮੀ ਇਨ ਯੂਰ ਪ੍ਰੋਗਰਾਮ। ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਅੱਜ ਦਾ ਮੁੱਦਾ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ ਗੱਲ ਕਰਨ 'ਚ, ਚਰਚਾ ਕਰਨ ਦੇ ਉਸ 'ਤੇ। ਅਤੇ ਅਸੀਂ ਦੇਖਦੇ ਆ ਰਹੇ ਹਾਂ ਕਿ ਕੈਨੇਡਾ ਵਿੱਚ ਸਿੱਖਸ ਨੂੰ ਬਹੁਤ ਵੈਲਕਮ ਕੀਤਾ ਜਾਂਦਾ ਹੈ। ਇਟਸ ਬਿਨ ਕੈਨੇਡਾ ਇਜ਼ ਕਾਲਡ ਦ ਸੈਕਿੰਡ ਪੰਜਾਬ, ਹੈ ਨਾ। ਅਤੇ ਆਪਣੇ ਸਿੱਖਸ ਗਵਰਨਮੈਂਟ ਵਿੱਚ ਇਨਵੋਲਵਡ ਨੇ, ਕੈਨੇਡੀਅਨ ਗਵਰਨਮੈਂਟ ਵਿੱਚ ਇਨਵੋਲਵ ਨੇ, ਉੱਤੇ ਰੁਤਬੇ 'ਤੇ ਹੈਗੇ ਨੇ। ਅਤੇ ਕੈਨੇਡਾ ਦੀ ਸੋਇਲ 'ਤੇ ਕੈਨੇਡੀਅਨ ਸਿਟੀਜ਼ਨ ਦੀ ਇੱਦਾਂ ਅਸੈਸੀਨੇਸ਼ਨ ਹੁੰਦੀ ਹੈ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਰਨ, ਇਹ ਜੇ ਆਪਾਂ ਇਹ ਸਮਝਣਾ ਹੋਵੇ ਕਿ ਕੈਨੇਡਾ ਤੇ ਸਿੱਖਾਂ ਦਾ ਕੀ ਰਿਸ਼ਤਾ ਹੈ, ਤਾਂ ਇਹ ਕਹਾਣੀ 1 ਸਦੀ ਤੋਂ ਪਹਿਲਾਂ ਦੀ ਹੈ। ਕਾਮਾਘਾਟਾ ਮਾਰੂ ਜਿਹੜਾ ਜਹਾਜ਼ ਸੀਗਾ, ਜਦੋਂ ਅਲਾਉ ਨਹੀਂ ਸੀ ਕੀਤਾ ਗਿਆ, ਉਸ ਤੋਂ ਬਾਅਦ ਦਾ ਸਾਰਾ ਸਟਰਗਲ ਆ। ਤੇ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਸਿੱਖਾਂ ਦੇ 18 ਪੰਜਾਬੀ MP ਹੈਗੇ ਆ, ਮੈਂਬਰ ਆਫ ਪਾਰਲੀਮੈਂਟ। ਤੋਂ ਇਹ ਸਾਰਾ 1 ਸਦੀ ਦੇ ਸਫ਼ਰ ਦੀ ਕਹਾਣੀ ਹੈ, ਜਿਸ ਦੇ ਵਿੱਚ ਅਸੀਂ ਇਹ ਦੇਖਿਆ ਕਿ ਹਰਜੀਤ ਸੱਜਣ ਵਰਗੇ ਜਿਹੜੇ ਲੋਕ ਨੇ ਉਹ ਡਿਫੈਂਸ ਮਿਨਿਸਟਰ ਕੈਨੇਡਾ ਦੇ ਵਿੱਚ ਰਹੇ ਨੇ, ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਉਹ ਬਹੁਤ ਪ੍ਰੋਮੀਨੈਂਟ ਪੋਜੀਸ਼ਨਸ ਦੇ ਉੱਤੇ, ਜਿੱਦਾਂ ਜਗਮੀਤ ਸਿੰਘ ਹੋਣੀ ਹੁਣ ਇੱਕ ਪਾਰਟੀ ਨੂੰ ਹੈੱਡ ਕਰ ਰਹੇ ਆ। ਤੇ ਇਨਫੈਕਟ ਜਿਹੜੀ ਜਸਟਿਨ ਟਰੂਡੋ ਦੀ ਜਿਹੜੀ ਗਵਰਨਮੈਂਟ ਆ, ਜਿਹੜੀ ਲਿਬਰਲ ਗਵਰਨਮੈਂਟ ਆ, ਮਾਈਨੋਰਿਟੀ ਗਵਰਨਮੈਂਟ ਆ, ਤਾਂ ਇਹਦੇ ਵਿੱਚ ਜਿਹੜੇ ਜਗਮੀਤ ਸਿੰਘ ਨੇ ਉਹਨਾਂ ਦੀ ਜਿਹੜੀ ਪਾਰਟੀ ਹੈਗੀ ਆ, ਉਹਨਾਂ ਦਾ ਕਾਫੀ ਜ਼ਿਆਦਾ ਕਰੂਸ਼ੀਅਲ ਰੋਲ ਆ ਇਸ ਨੂੰ ਬਚਾ ਕੇ ਰੱਖਣ 'ਚ ਜਾਂ ਇਹਨੂੰ ਚੱਲਦਾ ਰੱਖਣ ਦੇ ਵਿੱਚ। ਤੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਹੈਗੇ ਆ ਜਗਮੀਤ ਸਿੰਘ, ਕੋਈ ਸਿੱਖਾਂ ਦੇ ਲੀਡਰ ਨਹੀਂ ਹੈਗੇ। ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਲੀਡਰਸ ਹੋਏ ਆ। ਤੋ ਇਹ ਸਾਰੀ ਕਹਾਣੀ ਆ ਸਿੱਖਾਂ ਦੇ ਡਿਵੈਲਪਮੈਂਟ ਦੀ, ਸਿੱਖਾਂ ਦੀ ਗਰੋਥ ਦੀ ਕੈਨੇਡਾ ਦੇ ਵਿੱਚ। ਤੇ ਆਪਾਂ ਨੂੰ ਪਤਾ ਹੈ ਕਿ ਕੈਨੇਡਾ ਵੀ ਦੂਜੇ ਨਾਰਥ ਅਮਰੀਕਨ ਕੰਟਰੀਜ਼ ਦੀ ਤਰ੍ਹਾਂ ਇਮੀਗਰੈਂਟ ਕੰਟਰੀ ਹੈਗਾ। ਇਮੀਗਰੈਂਟਸ ਦੇ ਬੇਸ ਤੇ ਬਣਿਆ ਬ੍ਰਿਟਿਸ਼ ਟਾਈਮਸ ਤੋਂ ਲੈ ਕੇ ਹੁਣ ਤੱਕ। ਇਸ ਕਰਕੇ ਉਹਨਾਂ ਦੀ ਲੋੜ ਵੀ ਸੀ ਪੰਜਾਬੀਆਂ ਨੂੰ ਇਸ ਤਰ੍ਹਾਂ ਵੈਲਕਮ ਕਰਨਾ, ਤੇ ਹਿੰਮਤ ਨਾਲ ਆਪਣੀ ਇੰਟਰਪ੍ਰੀਨਿਓਰਸ਼ਿਪ ਦੇ ਨਾਲ ਉਹਨਾਂ ਨੇ ਕਾਮਯਾਬ ਹੋਏ ਨੇ। ਤੇ ਹੁਣ ਪੰਜਾਬੀ ਇੱਥੇ ਪਹੁੰਚੇ ਤਾਂ ਉਹ ਜਿਹੜੇ ਉੱਥੋਂ ਜਿਹੜੇ ਇੰਡੀਆ ਤੋਂ ਉਹਨਾਂ ਦੇ ਪੋਲੀਟੀਕਲ ਮਸਲੇ ਸੀ, ਪਹਿਲਾਂ ਸਾਰਾ ਕੁਝ ਠੀਕ ਚੱਲਦਾ ਸੀਗਾ 47 ਤੋਂ ਬਾਅਦ ਤੋਂ। ਮੇਨ ਜਿਹੜਾ ਇੰਡੀਆ ਤੇ ਕੈਨੇਡਾ ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ ਜਾਂ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ, ਉਹਨਾਂ ਦੇ ਜਿਹੜੇ ਇਸ਼ੂ ਹੋਣੇ ਸ਼ੁਰੂ ਹੋਏ ਨੇ ਉਹ 1984 ਦੇ ਵਿੱਚ ਹੋਣੇ ਸ਼ੁਰੂ ਹੋਏ ਨੇ, ਜਦੋਂ ਭਾਰਤ ਦੇ ਵਿੱਚ ਇੱਕ ਆਰਮੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਤੇ। ਉਸ ਤੋਂ ਬਾਅਦ ਇਹ ਪੋਲੀਟੀਕਲ ਪ੍ਰੋਬਲਮਸ ਜਿਹੜੀਆਂ ਕੈਨੇਡਾ ਦੇ ਜਿਹੜੇ ਵਿੱਚ ਸਿੱਖ ਵੱਸਦੇ ਸੀ, ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤੀਆਂ, ਤੇ ਉਹ ਅੱਜ ਤੱਕ ਚੱਲ ਰਿਹਾ। ਤੇ ਜਿਹੜੇ ਨਿੱਜਰ ਉਹਨਾਂ ਦਾ ਜਿਹੜਾ ਕਤਲ ਦਾ ਮਾਮਲਾ ਹੈ, ਇਹ ਵੀ ਉਹ ਜਿਹੜੀ ਪੋਲੀਟੀਕਲ ਪ੍ਰੋਬਲਮ ਆ ਪੰਜਾਬ ਦੇ ਜਾਂ ਹਿੰਦੁਸਤਾਨ ਦੀ ਹਕੂਮਤ ਦੇ ਨਾਲ, ਉਹਦਾ ਹੀ ਇੱਕ ਇੰਡੀਕੇਸ਼ਨ ਆ, ਉਹਦਾ ਇੱਕ ਰਿਫਲੈਕਸ਼ਨ ਆ ਲੌਂਗ ਪੈਂਡਿੰਗ ਜਿਹੜੀ ਚੱਲ ਰਹੀ ਆ। ਤਾਂ ਇਹਦੇ ਵਿੱਚ ਜੋ ਘਟਨਾ ਹੋਈ ਹੈ, ਉਹ ਹਰਜੀਤ ਸਿੰਘ ਨਿੱਜਰ ਜਿਹੜੇ ਆ ਉੱਥੇ ਗੁਰੂ ਨਾਨਕ ਗੁਰਦੁਆਰਾ ਜਿਹੜਾ ਸੀਗਾ ਸਰੀ ਦੇ ਵਿੱਚ, ਉੱਥੇ ਉਹ ਉਹਦੇ ਪ੍ਰੈਜ਼ੀਡੈਂਟ ਸੀਗੇ, ਉਹਦੀਆਂ ਸੇਵਾਵਾਂ ਨਿਭਾ ਰਹੇ ਸੀ ਪਿਛਲੇ 10 ਸਾਲਾਂ ਤੋਂ। ਤੇ ਕਾਫੀ ਐਕਟਿਵ ਸੀਗੇ ਕਮਿਊਨਿਟੀਜ਼ ਦੇ ਵਿੱਚ। ਪਰ ਜਿਹੜੀ ਗੁਰਪਤਵੰਤ ਪੰਨੂ ਨੇ, ਜਿਹੜੇ ਇੱਥੋਂ ਹੀ ਤੁਹਾਡੇ ਅਮਰੀਕਾ ਤੋਂ, ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਸਿੱਖਸ ਫॉर ਜਸਟਿਸ, ਜਿਹੜੇ ਕਿ 2020 ਰੈਫਰੈਂਡਮ ਦੇ ਨਾਲ ਚਰਚਾ 'ਚ ਆਏ ਸੀ, ਉਸ ਆਰਗੇਨਾਈਜੇਸ਼ਨ ਨੂੰ ਉਹ ਉੱਥੇ BC ਨਾਰਥ ਅਮਰੀਕਾ ਦੇ ਵਿੱਚ ਉਹ ਹੈੱਡ ਕਰਦੇ ਸੀਗੇ ਜਿਹੜੇ ਹਰਦੀਪ ਸਿੰਘ ਨਿੱਜਰ ਸੀ। ਤਾਂ ਉਹਨਾਂ ਦੇ ਵੋਕਲ ਸਪੋਰਟ ਸੀ ਸੈਪਰੇਟਿਸਟ ਜਿਹੜੀ ਸਿੱਖ ਸਟੇਟ ਆ। ਪਰ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਕੋਈ ਵਾਇਲੈਂਟ ਐਕਟੀਵਿਟੀ ਜਾਂ ਕੋਈ ਇਸ ਕਿਸਮ ਦੀ ਜਿਹੜੀ ਇਲੀਗਲ ਐਕਟੀਵਿਟੀ ਆ, ਉਸ ਦੇ ਵਿੱਚ ਕੈਨੇਡਾ ਦੇ ਵਿੱਚ ਐਟਲੀਸਟ ਉਹ ਇਨਵੋਲਵ ਨਹੀਂ ਸੀਗੇ। ਤੇ ਹਰਜੀਤ ਹਾਂਜੀ, ਹਰਦੀਪ ਸਿੰਘ, ਹਰਦੀਪ ਨਿੱਜਰ, ਰਾਈਟ? ਹਾਂਜੀ ਹਾਂਜੀ। ਤੋ ਜੋ ਹਰਦੀਪ ਨਿੱਜਰ ਸੀਗੇ, ਉਹਦਾ ਕੋਈ ਬੈਕਗਰਾਊਂਡ ਦੇ ਦਿਓ, ਉਹ ਕਿੱਥੋਂ ਆਏ ਨੇ, ਐਂਡ ਉਹ ਸਿੱਖ ਐਕਟਿਵਿਸਟ ਸੀਗੇ, ਉਹਨਾਂ ਦੀ ਕੀ ਰਾਏ ਸੀਗੀ ਸਿੱਖਾਂ ਨੂੰ ਲੈ ਕੇ? ਹਾਂਜੀ,
ਉਹ ਇਸੇ ਤਰ੍ਹਾਂ ਪੰਜਾਬ ਦੇ ਮਤਲਬ ਕਿ ਪੰਜਾਬ ਤੋਂ ਉਹ ਆਏ ਸੀਗੇ 1997 ਦੇ ਵਿੱਚ। ਉਹ ਕੈਨੇਡਾ ਜਿਹੜੇ ਨੇ ਇਲੀਗਲ ਤਰੀਕੇ ਦੇ ਨਾਲ ਪਹੁੰਚਦੇ ਆ। ਉਹ ਇੱਥੇ ਵੀ ਕਾਰਪੈਂਟਰ ਦਾ ਕੰਮ ਕਰਦੇ ਸੀਗੇ, ਉੱਥੇ ਵੀ ਉਹਨਾਂ ਨੇ ਕਾਰਪੈਂਟਰ ਦਾ ਕੰਮ ਸ਼ੁਰੂ ਕੀਤਾ ਤੇ ਹੌਲੀ-ਹੌਲੀ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਨੇ ਉਹਦੇ ਵਿੱਚ, ਜਿਹੜੀਆਂ ਸਿੱਖ ਪੋਲੀਟੀਕਲ ਐਕਟੀਵਿਟੀਜ਼ ਨੇ ਉਹਦੇ ਵਿੱਚ ਉਹ ਇਨਵੋਲਵ ਹੋਏ ਕੈਨੇਡਾ ਦੇ ਵਿੱਚ। ਤੇ ਉਹਨਾਂ ਨੇ ਫਿਰ ਸਾਲ 2015 ਦੇ ਵਿੱਚ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਮਿਲੀ ਸੀ ਅਸਾਈਲਮ ਬੇਸਿਸ ਤੇ, ਪੋਲੀਟੀਕਲ ਅਸਾਈਲਮ ਦੇ ਬੇਸਿਸ ਤੇ, ਕਿ ਜਦੋਂ ਤੁਸੀਂ ਕੋਈ ਇੱਦਾਂ ਦੀ ਐਕਟੀਵਿਟੀ ਕਰ ਰਹੇ ਹੋ ਜਿਹੜੀ ਤੁਹਾਡੀ ਜਿੱਥੋਂ ਮਦਰ ਕੰਟਰੀ ਆ ਉਹ ਤੁਹਾਨੂੰ ਅਲਾਓ ਨਹੀਂ ਕਰਦੀ, ਤੁਹਾਡੇ ਪੋਲੀਟੀਕਲ ਵਿਊਜ਼ ਕਰਕੇ ਤੁਹਾਨੂੰ ਡਿਸਕ੍ਰਿਮੀਨੇਟ ਕੀਤਾ ਜਾਂਦਾ, ਤਾਂ ਫਿਰ ਤੁਸੀਂ ਇੱਕ ਅਸਾਈਲਮ ਅਪਲਾਈ ਕਰ ਸਕਦੇ ਹੋ ਇੱਕ ਕੰਟਰੀ ਦੇ ਵਿੱਚ। ਤਾਂ ਉਸ ਦੇ ਨਾਲ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਿਆ ਇੱਥੇ ਕੈਨੇਡਾ ਦੇ ਵਿੱਚ ਸਾਲ 2015 ਦੇ ਵਿੱਚ। ਸੋ ਉਹ ਅਸਾਈਲਮ ਦੇ ਥਰੂ ਆਏ ਸੀਗੇ, ਜੀ, ਰਾਈਟ? ਕਿ ਕਿਉਂਕਿ ਹਾਂਜੀ, ਉਹਨਾਂ ਨੂੰ ਇੰਡੀਆ ਵਿੱਚ ਵਾਪਸੀ ਨਹੀਂ ਮਿਲ ਰਹੀ। ਤੇ ਜੀ, ਉਹ ਆਈ ਨੋ ਕਿ ਉਹਨਾਂ ਦਾ ਕੋਈ ਬੈਕਗਰਾਉਂਡ ਇੱਦਾਂ ਦਾ ਨਹੀਂ ਸੀਗਾ ਕਿ ਉਹ ਲਾਈਕ ਇਫ ਆਈ ਕਡ ਸੇ ਟੈਰਰਿਸਟ ਕੋਈ ਦਾ ਮਾਮਲਾ ਨਹੀਂ ਸੀਗਾ। ਉਹਨਾਂ ਦੀ ਆਪਣੀਆਂ ਕੋਈ ਰਾਏ ਸੀਗੀਆਂ, ਰਾਈਟ? ਤੇ ਜੀ, ਜਦੋਂ ਸਿੱਖ ਆਪਣੀਆਂ ਲਾਈਕ ਰਾਏ ਲੈਂਦਾ, ਸਿੱਖ ਸਿੱਖ ਐਕਟੀਵਿਸਟ ਆਪਣੀ ਰਾਏ ਲੈਂਦਾ ਸਿੱਖਾਂ ਨੂੰ ਜੀ, ਲੈ ਕੇ, ਉਹ ਜੀ। ਇੰਡੀਆ ਵਿੱਚ ਕਿਉਂ ਉਹਨੂੰ ਵਾਪਸੀ ਨਹੀਂ ਮਿਲਦੀ? ਤੇ ਇਹਦਾ ਕੀ ਮੁੱਦਾ ਕੀ ਹੈਗਾ? ਕਿ ਜਦੋਂ ਉਹਨੂੰ ਪੋਲੀਟੀਕਲ ਵਿਊਜ਼ ਉਹਨਾਂ ਨੇ ਆਪਣੇ ਕੀਤੇ ਕੈਨੇਡਾ ਵਿੱਚ ਵੀ, ਸਿੱਖ ਪੋਲੀਟੀਕਲ ਵਿਊਜ਼ ਰੱਖੇ ਕੈਨੇਡਾ ਵਿੱਚ, ਤੇ ਕੈਨੇਡੀਅਨਸ ਨੇ ਉਹਨਾਂ ਨੂੰ ਐਕਸੈਪਟ ਕੀਤਾ। ਹਾਊ ਵਾਜ਼ ਪ੍ਰੋਸੈਸ ਇਨਵੋਲਵਡ? ਇਸ ਦੇ ਲਈ ਆਪਾਂ ਨੂੰ ਸਮਝਣਾ ਪਏਗਾ ਕਿ ਦੋ ਡਿਫਰੈਂਟ ਸਿਸਟਮਸ ਹੈਗੇ ਆ। ਕੈਨੇਡਾ ਦੇ ਵਿੱਚ ਜਿਹੜਾ ਸਿਸਟਮ ਆ ਉਹਦੇ ਵਿੱਚ ਜੇ ਤੁਸੀਂ ਇੱਕ ਆਪਣੀ ਸੈਪਰੇਟਿਜ਼ਮ, ਸਿੱਖ ਸੈਪਰੇਟਿਜ਼ਮ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇੱਕ ਤਾਂ ਡੈਮੋਕ੍ਰੈਟਿਕ ਕੈਨੇਡੀਅਨ ਚਾਰਟਰ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ ਫਰੀडम ਆਫ ਐਕਸਪ੍ਰੈਸ਼ਨ ਦੇ ਅੰਡਰ, ਹੈ ਨਾ। ਵੈਸੇ ਇੰਡੀਆ ਦੇ ਵਿੱਚ ਵੀ ਆਰਟੀਕਲ 19 ਹੈ ਕਨਸਟੀਟਿਊਸ਼ਨ ਦਾ, ਉਹਦੇ ਵਿੱਚ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਰੱਖ ਸਕਦੇ ਹੋ। ਇੰਡੀਅਨ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਬਲਵੰਤ ਸਿੰਘ ਵਰਸਸ ਸਟੇਟ ਆਫ ਪੰਜਾਬ 1995 ਦੀ। ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਤੁਸੀਂ ਖਾਲਿਸਤਾਨ ਦੀ ਡਿਮਾਂਡ ਵੀ ਕਰ ਸਕਦੇ ਹੋ ਇਨ ਅ ਪੀਸਫੁਲ ਮੈਨਰ। So ਓਕੇ, that is legally, it is on the paper, it is there, ਬਟ ਜਿਵੇਂ ਜਿਵੇਂ ਇੰਡੀਆ ਦੇ ਵਿੱਚ ਥੋੜ੍ਹਾ ਅਥੋਰੀਟੇਰੀਅਨ ਰਜੀਮ ਚੱਲੇ ਨੇ ਤਾਂ ਇਹ ਜਿਹੜੀ ਮਤਲਬ ਕਿ ਫਰੀडम ਹੈਗੀ ਆ ਉਹ ਕਰਟੇਲ ਹੁੰਦੀ ਰਹੀ ਹੈ। ਤੇ ਦੂਸਰਾ, ਇੰਡੀਆ ਇਹ ਮੰਨਦਾ ਕਿ ਕਿਸੇ ਵੀ ਕਿਸਮ ਦੀ ਜਿਹੜੀ ਸੈਪਰੇਟਿਜ਼ਮ ਦੀ ਡਿਮਾਂਡ ਆ ਤਾਂ ਉਹ ਉਹਨਾਂ ਦੀ ਲਈ ਸਿਕਿਉਰਿਟੀ ਥ੍ਰੈਟ ਹੈ, ਉਹਨਾਂ ਦੀ ਸਟੇਟ ਲਈ ਇੱਕ ਸਿਕਿਉਰਿਟੀ ਥ੍ਰੈਟ ਹੈ। ਤਾਂ ਇਸ ਦੀ ਵਜ੍ਹਾ ਕਰਕੇ ਉਹ ਅਪੋਜ਼ ਕਰਦੇ ਨੇ। ਤੇ ਉਹ ਕਿਉਂਕਿ ਇੱਕ ਵਾਇਲੈਂਟ ਪਾਸਟ ਵੀ ਰਿਹਾ, ਸਿੱਖ ਮਿਲੀਟੈਂਸੀ, ਇੱਕ ਵਾਇਲੈਂਟ ਸਿੱਖ ਮਿਲੀਟੈਂਸੀ ਵੀ ਰਹੀ ਹੈ ਇਸ ਮਾਮਲੇ ਨੂੰ ਲੈ ਕੇ, ਖਾਲਿਸਤਾਨ ਦੀ ਡਿਮਾਂਡ ਨੂੰ ਲੈ ਕੇ ਵਾਇਲੈਂਟ ਸਟਰਗਲ ਵੀ ਹੋਇਆ। ਤਾਂ ਇਸ ਕਰਕੇ ਉਹ ਸਾਰੇ ਦਾ ਸਹਾਰਾ ਲੈ ਕੇ ਤਾਂ ਫਿਰ ਇੰਡੀਆ ਕਹਿੰਦਾ ਕਿ ਇਹ ਅਲਟੀਮੇਟਲੀ ਸਾਰਾ ਵਾਇਲੈਂਸ ਵੱਲ ਜਾਏਗਾ। ਇਸ ਕਰਕੇ ਜਿਹੜੇ ਲੋਕ ਪੀਸਫੁਲੀ ਵੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਉੱਦਾਂ ਨਹੀਂ ਅਲਾਓ ਕੀਤਾ ਜਾਂਦਾ ਤੇ ਫਿਰ ਉਹ ਕੈਨੇਡਾ ਵਗੈਰਾ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾਂਦੇ ਆ ਜਿੱਥੇ ਉਹ ਆਪਣੀ ਗੱਲ ਕਰ ਸਕਦੇ ਆ। ਤੇ ਉਹ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਚੁਆਇਸ ਜੋ ਹੈਗੀ ਆ ਨਾਰਥ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਫਰੀडम ਸਪੀਚ ਦੀ, ਉਸ ਨੂੰ ਇੰਜੋਏ ਕਰਨ ਦੇ ਵਾਸਤੇ ਜਾਂ ਉਹਨੂੰ ਮਾਣਨ ਦੇ ਵਾਸਤੇ, ਬਚੇ ਰਹਿਣ ਵਾਸਤੇ ਜਿਹੜੇ ਸਾਰੇ ਪੋਲੀਟੀਕਲ ਐਕਟਿਵਿਸਟ ਨੇ, ਸਿੱਖ ਪੋਲੀਟੀਕਲ ਐਕਟਿਵਿਸਟ ਨੇ, ਪ੍ਰੈਫਰ ਕਰਦੇ ਆ ਕਿ ਕੈਨੇਡਾ ਜਾਂ US ਜਾਂ ਯੂਰਪ ਦੀਆਂ ਹੋਰਨਾਂ ਕੰਟਰੀਆਂ ਦੇ ਵਿੱਚ ਵਸੇਬਾ ਜਿਹੜਾ ਇਖਤਿਆਰ ਕੀਤਾ ਜਾ ਸਕੇ। ਓਕੇ। ਤੇ ਅਸੀਂ ਗੱਲ ਕਰ ਰਹੇ ਸੀਗੇ ਨਿੱਜਰ ਬਾਰੇ ਕਿ ਜੀ, ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲੀ 15 ਸਾਲ ਬਾਅਦ। ਤੇ ਉਸ ਤੋਂ ਬਾਅਦ ਕੀ ਜੀ, ਹੋਇਆ? ਲਾਈਕ ਉਹਨਾਂ ਦੀ ਲਾਈਫ ਕਿੱਦਾਂ ਚੱਲਦੀ ਸੀਗੀ? ਜੀ। ਉਹ ਜਦੋਂ 2000 ਮਤਲਬ ਕਿ 1997 ਦੇ ਵਿੱਚ ਹੀ ਆਏ ਸੀ। ਮੈਂ ਜਿਵੇਂ ਦੱਸਿਆ ਕਿ ਉਹ ਕਾਰਪੈਂਟਰ ਦਾ ਕੰਮ ਕਰਦੇ ਸੀ, ਪਰ ਉਹ ਕਮਿਊਨਿਟੀ ਅਫੇਅਰਸ ਦੇ ਨਾਲ ਜਿਹੜੇ ਸਿੱਖ ਪੋਲੀਟੀਕਲ ਇਸ਼ੂਜ਼ ਸੀਗੇ ਕੈਨੇਡਾ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਸੀ। ਉਹ ਜਿਵੇਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਾਂ ਹੋਰ ਚੀਜ਼ਾਂ ਦੇ ਵਿੱਚ। ਫਿਰ ਇੱਥੇ ਜਿਹੜੇ ਇਸ਼ੂਜ਼ ਇੰਡੀਆ ਦੇ ਨਾਲ ਚੱਲ ਰਹੇ ਆ ਸਿੱਖਾਂ ਦੇ, 84 ਦੇ ਜਸਟਿਸ ਨੂੰ ਲੈ ਕੇ ਜਾਂ ਕੋਈ ਹੋਰ ਇਸ਼ੂਜ਼ ਚੱਲਦੇ ਰਹਿੰਦੇ ਆ ਇੰਡੀਆ ਦੇ ਵਿੱਚ, ਕੁਛ ਨਾ ਕੁਛ ਹੁੰਦਾ ਰਹਿੰਦਾ। ਪਹਿਲਾਂ ਆਪਾਂ ਦੇਖਿਆ ਕਿ ਫਾਰਮ ਪ੍ਰੋਟੈਸਟ ਜਿਵੇਂ ਹੋਈ ਸੀ ਇੰਡੀਆ ਦੇ ਵਿੱਚ, ਤਾਂ ਉਹਦੀਆਂ ਜਿਹੜੀਆਂ ਰਿਫਲੈਕਸ਼ਨਸ ਨੇ ਜਾਂ ਉਹਦੇ ਰਿਸਪੌਂਸ 'ਚੋਂ ਕੈਨੇਡਾ ਦੇ ਗੁਰਦੁਆਰਿਆਂ 'ਚੋਂ ਕੈਨੇਡਾ ਦੇ ਜਿਹੜੇ ਸਿੱਖ ਨੇ ਜਾਂ ਉਹ ਵੀ ਪ੍ਰੋਟੈਸਟ ਵਗੈਰਾ ਕਰਦੇ ਆ ਜਾਂ ਕੋਈ ਆਪਣਾ ਕੋਈ ਮੈਨੀਫੈਸਟੇਸ਼ਨ ਕਰਦੇ ਆ, ਤਾਂ ਉਹਦੇ 'ਚ ਉਹ ਇਨਵੋਲਵ ਰਹਿੰਦੇ ਸੀ। ਕਮਿਊਨਿਟੀ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਸੀ, ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਹੁੰਦੀਆਂ ਸੀ, ਉਹਦੇ ਵਿੱਚ ਜਿਹੜੇ ਨਿੱਜਰ ਸੀਗੇ ਇਨਵੋਲਵ ਸੀਗੇ ਕਾਫੀ। ਹਮ, ਤੇ ਉਹ ਕਾਫੀ ਨੋਨ ਫੇਸ ਸੀਗੇ ਪੋਲੀਟੀਕਲ ਪ੍ਰੋਟੈਸਟ ਦੇ ਵਿੱਚ। ਜਿਹੜੇ ਪੋਲੀਟੀਕਲ ਪ੍ਰੋਟੈਸਟ ਹੁੰਦੇ ਸੀ ਸਿੱਖਾਂ ਦੇ, ਤੇ ਉਹਦੇ ਵਿੱਚ ਖਾਲਿਸਤਾਨ ਦੀ ਡਿਮਾਂਡ ਵੀ ਉਠਾਈ ਜਾਂਦੀ ਸੀ ਜਾਂ ਅਦਰਵਾਈਜ਼ ਹੋਰ ਮੰਗਾਂ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਹੁੰਦੇ ਸੀ। ਤਾਂ ਉਹਨਾਂ ਦਾ ਜਿਹੜਾ ਸਾਰਾ ਸਫ਼ਰ ਹੈ, ਉਸ ਜਿਹੜੀ ਕਮਿਊਨਿਟੀ ਐਕਟਿਵਿਜ਼ਮ ਹੈ
ਰਾਦਰ ਕਮਿਊਨਿਟੀ ਦਾ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਹੈ ਉਸ ਦੇ ਵਿੱਚ ਇਨਵੋਲਵ ਹੋਣ ਦੇ ਵਾਂਗੂ ਗੁਜ਼ਰਿਆ ਤੇ ਉਹੀ ਗੁਜ਼ਰ ਰਿਹਾ ਸੀ ਜਦੋਂ ਉਹ ਇੱਥੇ ਸੀਗੇ। ਤਾਂ ਉਹ ਗੁਰਦੁਆਰਾ ਜਿਹੜਾ ਗੁਰੂ ਨਾਨਕ ਹੈ ਉਹ ਦਰਬਾਰ ਉੱਥੇ ਉਹ ਪ੍ਰਧਾਨ ਸੀਗੇ, ਪ੍ਰੈਜ਼ੀਡੈਂਟ ਸੀਗੇ। ਤਾਂ ਉਹ ਆਪਣੀ ਉੱਥੇ ਸੇਵਾਵਾਂ ਵੀ ਨਿਭਾ ਰਹੇ ਸੀ, ਸੇਵਾ ਸੰਭਾਲ ਵੀ ਕਰਦੇ ਸੀ, ਪਰ ਉਹ ਪੋਲੀਟੀਕਲ ਐਕਟੀਵਿਟੀਜ਼ ਵੀ ਕਰਦੇ ਸੀਗੇ ਜੋ ਕੈਨੇਡਾ ਦੇ ਵਿੱਚ ਜੋ ਰੂਟੀਨ ਲੈਵਲ ਤੇ ਹੁੰਦੀਆਂ ਸੀ। ਬਟ ਕੋਈ ਇਲੀਗਲ ਤਰੀਕੇ ਨਾਲ ਅਸੀਂ ਕਰ ਰਹੇ, ਆਪਣਾ ਪੂਰਾ ਪੱਖ ਰੱਖ ਕੇ ਲੀਗਲ ਤਰੀਕੇ ਨਾਲ ਕਰ ਰਹੇ ਸੀਗੇ, ਹੈ ਨਾ? ਹਾਂ, ਉਹਦੇ ਵਿੱਚ ਇਹ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਤੇ ਕੋਈ ਇਲੀਗਲ ਕੋਈ ਕਾਰਵਾਈ ਕਰਨ ਦਾ ਕੋਈ ਮੁਕੱਦਮਾ ਜਾਂ ਕੋਈ ਕਿਸੇ ਕਿਸਮ ਦਾ ਕੇਸ ਰਜਿਸਟਰਡ ਨਹੀਂ ਹੋਇਆ। ਤਾਂ ਇਹਦਾ ਮਤਲਬ ਨਾ ਉਹਨਾਂ ਦੇ ਖਿਲਾਫ ਕੋਈ ਇੱਦਾਂ ਦੀ ਕੰਪਲੇਂਟ ਹੈ, ਤੇ ਇਹਦਾ ਮਤਲਬ ਕੈਨੇਡੀਅਨ ਲਾਅ ਨੂੰ ਤਾਂ ਉਹਨਾਂ ਨੇ ਵਾਇਲੇਟ ਨਹੀਂ ਕੀਤਾ। ਪਰ ਜੋ ਇੰਡੀਆ ਅਲੈਜ ਕਰਦਾ ਸੀ ਉਹ ਰਾਈਟ ਫਰੋਮ ਦਾ ਡੇ ਵਨ, ਉਹ ਕਾਫੀ ਦੇਰ ਤੋਂ ਇੰਡੀਆ ਜਿਹੜਾ ਹੈਗਾ ਉਹ ਇਹ ਅਲੈਜ ਕਰਦਾ ਸੀਗਾ ਕਿ ਹਰਦੀਪ ਸਿੰਘ ਨਿੱਜਰ ਨੇ ਉਹ ਇੰਡੀਆ ਨੂੰ ਵਾਂਟਡ ਨੇ, ਤੇ ਉਹ ਵਾਂਟਡ ਨੇ, ਉਹ ਇੱਕ ਬੈਂਡ ਆਰਗੇਨਾਈਜੇਸ਼ਨ ਦੇ ਮੈਂਬਰ ਨੇ, ਤੇ ਇਸ ਕਰਕੇ ਸਾਨੂੰ ਉਹਦੀ ਐਕਸਟ੍ਰੈਡੀਸ਼ਨ ਦਿੱਤੀ ਜਾਵੇ। ਤਾਂ ਐਕਸਟ੍ਰੈਡੀਸ਼ਨ ਪੰਜਾਬ ਪੁਲਿਸ ਦੇ ਥਰੂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਜਿਹੜੇ ਇੰਡੀਆ ਦੇ ਸੀਗੇ ਉਹਨਾਂ ਦੇ ਵੱਲੋਂ ਉਹ ਐਪਲੀਕੇਸ਼ਨਸ ਨੂੰ 2-3 ਵਾਰ ਲਗਾਇਆ ਵੀ ਗਿਆ ਸੀ ਕੈਨੇਡਾ ਦੇ ਵਿੱਚ। ਤਾਂ ਕੈਨੇਡਾ ਦੀ ਜਿਹੜੀ ਐਕਸਟ੍ਰੈਡੀਸ਼ਨ ਕੋਰਟ ਹੈਗੀ ਆ ਉਹਨਾਂ ਨੇ ਉਹਨੂੰ ਐਕਸੈਪਟ ਨਹੀਂ ਸੀ ਕੀਤਾ ਔਨ ਦ ਗਰਾਊਂਡ ਆਫ ਦ ਲੈਕ ਆਫ ਕ੍ਰੈਡੀਬਲ ਐਵੀਡੈਂਸ ਟੂ ਐਕਸਟ੍ਰੈਡਾਈਟ ਅ ਪਰਸਨ। ਉਹਦੇ ਵਿੱਚ ਗਰਾਊਂਡ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇੱਕ ਕ੍ਰੈਡੀਬਲ ਐਵੀਡੈਂਸ ਹੋਵੇ ਕਿ ਇਸ ਜਿਹੜੇ ਬੰਦੇ ਦੀ ਤੁਸੀਂ ਐਕਸਟ੍ਰੈਡੀਸ਼ਨ ਮੰਗ ਰਹੇ ਹੋ ਉਸਨੇ ਕੋਈ ਵਾਕਈ ਤੁਹਾਡੇ ਮੁਲਕ ਦੇ ਵਿੱਚ ਇਸ ਕਿਸਮ ਦਾ ਕੰਮ ਕੀਤਾ ਜਿਹੜਾ ਕਿ ਇਲੀਗਲ ਆ ਜਾਂ ਟੈਰਰ ਐਕਟ ਆ, ਤਾਂ ਤੇ ਉਹਦੀ ਇਨਵੋਲਵਮੈਂਟ ਨੂੰ ਸਾਬਤ ਕਰਦਾ ਹੋਵੇ। ਤਾਂ ਉਸ ਦੇ ਵਿੱਚ ਜਿਹੜੀ ਇੰਡੀਅਨ ਸਿਕਿਉਰਿਟੀ ਏਜੰਸੀ ਸੀਗੀਆਂ ਉਸ ਟਾਈਮ ਤੇ ਜਿਨ੍ਹਾਂ ਨੇ ਜੋ ਵੀ ਐਵੀਡੈਂਸ ਪ੍ਰੋਡਿਊਸ ਕੀਤਾ ਨਿੱਜਰ ਉਹਨਾਂ ਦੇ ਖਿਲਾਫ, ਤਾਂ ਉਸ ਨੂੰ ਸੈਟਿਸਫਾਈ ਨਹੀਂ ਕਰ ਸਕੇ ਕੋਰਟ ਨੂੰ। ਇਸ ਕਰਕੇ ਜਿਹੜੀ ਨਿੱਜਰ ਦੀ ਐਕਸਟ੍ਰੈਡੀਸ਼ਨ ਐਪਲੀਕੇਸ਼ਨ ਸੀਗੀ ਇੰਡੀਅਨ ਸਿਕਿਉਰਿਟੀ ਏਜੰਸੀਜ਼ ਦੇ ਵੱਲੋਂ ਉਹ ਕੈਨੇਡੀਅਨ ਕੋਰਟਸ ਦੇ ਵੱਲੋਂ ਐਕਸੈਪਟ ਨਹੀਂ ਕੀਤੀ ਗਈ। ਤੇ ਅਸੀਂ ਅਸੈਸੀਨੇਸ਼ਨ ਦੇ ਪੁਆਇੰਟ ਤੇ ਆਉਂਦੇ ਹਾਂ, ਉਹ ਕਿੱਦਾਂ, ਇਫ ਯੂ ਕੈਨ ਟੈਲ ਅਸ ਬੈਕ ਸਟੋਰੀ ਕਿ ਕਿੱਦਾਂ ਹੋਇਆ? ਦੇਖੋ, ਇਹਦੇ 'ਚ ਤਾਂ ਜਿਹੜੀ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਹੈਗੀ ਹੈ, ਜਿਹੜੀ ਮੇਨ ਇਨਵੈਸਟੀਗੇਸ਼ਨ ਏਜੰਸੀ ਹੈਗੀ ਹੈ ਕੈਨੇਡਾ ਦੀ, ਉਹ ਵੈਸੇ ਉਹਦਾ ਦੇਖ ਰਹੀ ਹੈ। ਮਤਲਬ ਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਇਹ ਸੀਗਾ ਕਿ 18 ਜੂਨ 2023 ਨੂੰ ਜਦੋਂ ਆਪਣਾ ਕੰਮ ਮੁਕਾ ਕੇ ਆ ਰਹੇ ਸੀ ਗੁਰਦੁਆਰਾ ਸਾਹਿਬ ਤੋਂ, ਤਾਂ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਦੇ ਵਿੱਚ ਸ਼ਾਮ ਦੇ ਵੇਲੇ ਜਦੋਂ ਇੱਕ ਮੂੰਹ ਹਨੇਰੇ ਦਾ ਟਾਈਮ ਹੁੰਦਾ ਜਿਹਨੂੰ ਆਪਾਂ ਡਸਟ ਕਹਿ ਦਿੰਦੇ ਹਾਂ, ਤਾਂ ਉਹ ਉਸ ਟਾਈਮ ਦੇ ਉੱਤੇ ਦੋ ਜਿਹੜੇ ਨਕਾਬਪੋਸ਼ ਨੇ ਮੋਟਰਸਾਈਕਲ ਤੇ ਆਉਂਦੇ ਆ ਤੇ ਉਹਨਾਂ ਨੇ ਮਤਲਬ ਕਿ ਜਿਹੜਾ ਹੈਗਾ ਉਹਨਾਂ ਨੂੰ ਉੱਥੇ ਗੋਲੀਆਂ ਮਾਰੀਆਂ ਨੇ ਪੁਆਇੰਟ ਬਲੈਂਕ ਰੇਂਜ ਦੇ ਉੱਤੇ। ਤੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਆ, ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ। ਤੇ ਉਸ ਤੋਂ ਬਾਅਦ ਜਿਹੜੀਆਂ ਪ੍ਰੈਸ ਕਾਨਫਰੰਸ ਹੋਈਆਂ ਨੇ, ਜਿਹੜੀ ਆਪਣੀ ਜਿਹੜੀ ਉੱਥੋਂ ਦੀ ਜਿਹੜੀਆਂ ਨੇ ਜਿਹੜੀ ਪੁਲਿਸ ਆ, ਲੋਕਲ ਪੁਲਿਸ ਆ, ਉਹ ਜਿਵੇਂ ਮਾਮਲੇ ਨੂੰ ਦੇਖ ਰਹੀ ਆ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀਆਂ ਹੈਗੀਆਂ। ਤਾਂ ਪਰ ਉਹਨਾਂ ਨੇ ਕਦੇ ਵੀ ਇਹਨੂੰ ਵੀ ਬਹੁਤ ਜ਼ਿਆਦਾ ਡਿਟੇਲਸ ਦੇ ਵਿੱਚ ਐਕਸਪਲੇਨ ਨਹੀਂ ਕੀਤਾ ਜਾਂ ਕੋਈ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ ਹੈਗੀ। ਤਾਂ ਇਹ ਕਾਫੀ ਦੇਰ ਤੋਂ ਚੱਲ ਰਹੀ ਸੀ ਇਨਵੈਸਟੀਗੇਸ਼ਨ, ਜੂਨ ਮਹੀਨੇ ਤੋਂ ਲਾ ਲਓ ਤੁਸੀਂ, ਹੁਣ ਆਪਣਾ ਸਤੰਬਰ ਮਹੀਨਾ ਆ ਗਿਆ ਤੇ ਇਸ ਸਾਰੇ ਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ। ਤੇ ਜੋ ਜਸਟਿਨ ਟਰੂਡੋ ਨੇ ਕਿਹਾ ਪਾਰਲੀਮੈਂਟ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ, ਕਿ ਲਗਾਤਾਰ ਇਹ ਦੇਖ ਰਹੇ ਸੀਗੇ ਇਸ ਮਾਮਲੇ ਨੂੰ, ਇਹਨਾਂ ਕੋਲ ਇਨਪੁਟਸ ਇੱਦਾਂ ਦੀਆਂ ਆ ਰਹੀਆਂ ਸੀਗੀਆਂ ਕਿ ਕਿਤੇ ਨਾ ਕਿਤੇ ਜਿਹੜੀ ਇੰਡੀਅਨ ਏਜੰਟਸ ਦੀ ਇਨਵੋਲਵਮੈਂਟ ਆ, ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ ਦੀ ਜਿਹੜੀ ਇਨਵੋਲਵਮੈਂਟ ਆ, ਕੌਂਸਲੇਟ ਦੀ ਜਿਹੜੀ ਇਨਵੋਲਵਮੈਂਟ ਆ, ਉਹ ਕਿਸੇ ਨਾ ਕਿਸੇ ਰੂਪ 'ਚ ਹੈਗੀ ਆ ਇਸ ਮਾਮਲੇ ਦੇ ਵਿੱਚ। ਤਾਂ ਉਸ ਨੂੰ ਲੈ ਕੇ ਜਿਹੜੇ ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹ ਵੀ ਭਾਰਤ ਆਏ ਸੀ ਤੇ ਉਹਨਾਂ ਨੇ ਭਾਰਤ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮਿਸਟਰ ਅਜੀਤ ਡੋਵਾਲ, ਉਹਨਾਂ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੂੰ ਇਹ ਐਵੀਡੈਂਸ ਦਿੱਤਾ ਸੀਗਾ ਕਿ ਸਾਡੇ ਕੋਲ ਇਹ ਚੀਜ਼ ਆ ਰਹੀ ਹੈ ਤੇ ਤੁਸੀਂ ਇਹਦੇ ਤੇ ਕੋਈ ਸਾਨੂੰ ਕੋਆਪਰੇਟ ਕਰੋ। ਤਾਂ ਕੋਈ ਇਹਨਾਂ ਨੇ ਡਿਨਾਈ ਕਰਤਾ ਸੀ ਇੰਡੀਆ ਨੇ। ਤੇ ਤਾਂ ਇਸ ਕਰਕੇ ਹਾਂਜੀ, ਇਫ ਆਈ ਕੈਨ ਕੱਟ ਯੂ ਆਫ, ਕਿਹੜੇ ਤੁਸੀਂ ਜਿਵੇਂ ਕਿ ਤੁਸੀਂ ਹੁਣ ਕਹਿ ਰਹੇ ਹੋ ਕਿ ਜੂਨ 'ਚ ਇਹ ਇੰਸੀਡੈਂਟ ਹੋਇਆ ਸੀਗਾ ਤੇ ਹੁਣ ਸਪਟੈਂਬਰ ਆ ਜੀ ਗਿਆ, ਤੇ ਟਰੂਡੋ ਦੇ ਗਵਰਨਮੈਂਟ ਕਿਸ ਬੇਸਿਸ ਤੇ ਐਲੀਗੇਸ਼ਨਸ ਲਗਾ ਰਹੇ ਨੇ ਇੰਡੀਅਨ ਗਵਰਨਮੈਂਟ ਤੇ? ਲਾਈਕ ਕੀ ਸਬੂਤ ਮਿਲੇ, ਕੀ ਪ੍ਰੂਫ ਮਿਲੇ ਕਿ ਇੰਡੀਅਨ ਗਵਰਨਮੈਂਟ ਇਜ਼ ਇਨਵੋਲਵਡ ਇਨ ਦਿਸ? ਜੀ, ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਹੋਇਆ ਸੀ ਜਸਟਿਨ ਟਰੂਡੋ ਦਾ 18 ਤਰੀਕ ਨੂੰ, ਉਸ ਦੇ ਵਿੱਚ ਵੀ ਇਹ ਗੱਲ ਕਹੀ ਸੀ। ਉਹਨਾਂ ਨੇ ਕੋਈ ਸਬੂਤ ਪੇਸ਼ ਨਹੀਂ ਸੀ ਕੀਤਾ, ਬਟ ਉਹਨਾਂ ਨੇ ਲਫ਼ਜ਼ ਵਰਤਿਆ ਸੀ ਕ੍ਰੈਡੀਬਲ ਐਵੀਡੈਂਸ ਟੂ ਲਿੰਕ the Indian agents with the assassination of a Canadian citizen ਹਰਜੀਤ ਨਿੱਜਰ on a Canadian soil। ਤੋ ਇਹ ਕ੍ਰੈਡੀਬਲ ਐਵੀਡੈਂਸ ਦੀ ਗੱਲ ਕੀਤੀ ਗਈ ਸੀ ਉਸ ਦਿਨ।
ਤੇ ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਪ੍ਰੈਸ ਕਾਨਫਰੰਸ ਆਈ ਸੀ ਉਸ ਦੇ ਜਵਾਬ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ, ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਇਹਦੇ ਵਿੱਚ ਨਹੀਂ ਇਨਵੋਲਵ ਹੈਗੇ ਤੇ ਸਾਨੂੰ ਸਾਡੇ ਨਾਲ ਕਿਸੇ ਵੀ ਕਿਸਮ ਦਾ ਕੋਈ ਐਵੀਡੈਂਸ ਜਿਹੜਾ ਹੈਗਾ ਇਸ ਮੁਤਲਕ ਸ਼ੇਅਰ ਨਹੀਂ ਕੀਤਾ ਗਿਆ, ਤੇ ਜੇ ਅਸੀਂ ਸਾਡੀ ਕੋਈ ਇਨਵੋਲਵਮੈਂਟ ਹੈਗੀ ਆ ਤਾਂ ਕੈਨੇਡਾ ਜਿਹੜਾ ਐਵੀਡੈਂਸ ਕਹਿ ਰਿਹਾ ਉਹਨੂੰ ਸ਼ੇਅਰ ਕਰੇ। ਪਰ ਜਿਹੜੀ 5I ਜਿਹੜਾ ਗਰੁੱਪ ਹੈਗਾ ਕੰਟਰੀਜ਼ ਦਾ, ਜਿਹਦੇ ਵਿੱਚ ਕੈਨੇਡਾ ਵੀ ਹੈ, ਅਮਰੀਕਾ ਵੀ ਹੈ, UK ਵੀ ਹੈ, ਆਸਟ੍ਰੇਲੀਆ ਵੀ ਹੈ, ਨਿਊਜ਼ੀਲੈਂਡ ਵੀ ਹੈ, ਉਹਨਾਂ ਦੇ ਨਾਲ ਇਹ ਮੰਨਿਆ ਜਾ ਰਿਹਾ ਕਿ ਇਹ ਜਦੋਂ ਪਾਰਲੀਮੈਂਟ 'ਚ ਸਟੇਟਮੈਂਟ ਦੇਣ ਤੋਂ ਪਹਿਲਾਂ ਜਿਹੜਾ ਇਹ ਐਵੀਡੈਂਸ ਦੀ ਗੱਲ ਕਰ ਰਹੇ ਆ ਜਸਟਿਨ ਟਰੂਡੋ, ਇਹ ਉਹਨਾਂ ਕੰਟਰੀਜ਼ ਦੇ ਹੈਡਸ ਦੇ ਨਾਲ ਸ਼ੇਅਰ ਕੀਤਾ ਗਿਆ ਸੀ ਜਸਟਿਨ ਟਰੂਡੋ ਵੱਲੋਂ, ਜਸਟ ਟੂ ਹੈਵ देयर ਸਪੋਰਟ। ਤਾਂ ਉਹਨਾਂ ਨੇ ਸਪੋਰਟ ਕੀਤਾ ਵੀ ਹੈ। ਤੇ ਉਸ ਤੋਂ ਬਾਅਦ ਅੱਜ ਜਿਹੜਾ ਹੈਗਾ CBC ਜਿਹੜੀ ਵੱਡੀ ਇੱਕ ਨਿਊਜ਼ ਏਜੰਸੀ ਹੈ, ਨਿਊਜ਼ਪੇਪਰ ਹੈਗਾ ਕੈਨੇਡਾ ਦਾ, ਉਹਨਾਂ ਨੇ ਅੱਜ ਇੱਕ ਨਿਊਜ਼ ਡ੍ਰੌਪ ਕੀਤੀ ਹੈ। ਤਾਂ ਉਹਦੇ ਵਿੱਚ ਇਹ ਹੈ ਕਿ ਉਹਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ ਜਿਹੜੇ ਇੰਡੀਅਨ ਡਿਪਲੋਮੈਟਸ ਨੇ ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਕੈਨੇਡੀਅਨ ਜਿਹੜੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦੇ ਵੱਲੋਂ ਰਿਕਾਰਡ ਕੀਤੀ ਗਈ ਹੈ, ਜਿਹਦੇ ਵਿੱਚ ਇਹ ਜਿਹੜੀ ਮਰਡਰ ਦੀ ਕੌਨਸਪੀਰੇਸੀ ਆ ਉਹ ਹੈਚ ਕਰਨ ਦੇ ਵਿੱਚ ਉਹ ਡਿਪਲੋਮੈਟਸ ਦਾ ਜਿਹੜਾ ਰੋਲ ਹੈ ਉਹ ਸਾਬਿਤ ਹੁੰਦਾ। ਤੋ ਇਹ ਕਮਿਊਨੀਕੇਸ਼ਨ ਦੀ ਗੱਲ ਕੀਤੀ ਗਈ ਹੈ। ਇਹ ਹਜੇ ਸੋਰਸਿਸ ਤੋਂ ਮਤਲਬ ਕਿ ਉਹਨਾਂ ਨੇ ਖਬਰ ਚਲਾਈ ਹੈ ਆਪਣੇ ਅਖਬਾਰ ਨੇ, ਆਪਣੀ ਵੈਬਸਾਈਟ ਤੇ। CBC ਇੱਕ ਚੰਗਾ ਰੈਪਿਊਟਡ ਨਿਊਜ਼ਪੇਪਰ ਹੈਗਾ ਜਾਂ ਤਾਂ ਪੋਰਟਲ ਹੈਗਾ, ਤਾਂ ਉਹਦੇ ਉਹਨਾਂ ਨੇ ਹਵਾਲੇ ਨਹੀਂ ਵਿੱਚ ਕਿਸੇ ਦਿੱਤੇ ਕਿ ਸਾਨੂੰ ਕਿੱਥੋਂ ਇਹ ਐਵੀਡੈਂਸ ਮਿਲਿਆ ਜਾਂ ਜੋ ਵੀ ਉਹਨਾਂ ਨੇ ਕਿਹਾ ਕਿ ਸੀਨੀਅਰ ਆਫੀਸ਼ੀਅਲਸ ਤੋਂ ਸਾਨੂੰ ਮਿਲਿਆ। ਤਾਂ ਬਹੁਤੀ ਵਾਰੀ ਜੋ ਸਰਕਾਰ ਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦਾ ਕਿ ਜਿਹੜਾ ਐਵੀਡੈਂਸ ਤੁਸੀਂ ਆਪ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਹੁੰਦਾ, ਤੁਸੀਂ ਨਿਊਜ਼ ਏਜੰਸੀਜ਼ ਦੇ ਥਰੂ ਹੀ ਉਹਨੂੰ ਡ੍ਰੌਪ ਕਰਾਉਂਦੇ ਹੋ। ਤਾਂ ਉਹ ਮੰਨਿਆ ਜਾ ਰਿਹਾ ਕਿ ਜਿਹੜਾ CBC ਦੇ ਵਿੱਚ ਲੱਗਿਆ ਤਾਂ ਉਹ ਇੱਕ ਸਟੈਪ ਬਾਏ ਸਟੈਪ ਜਦੋਂ ਜਸਟਿਨ ਟਰੂਡੋ ਦਾ ਇਹ ਬਿਆਨ ਆਇਆ ਪਾਰਲੀਮੈਂਟ ਦੇ ਵਿੱਚ ਕਿ ਦੇ ਹੈਵ ਦ ਕ੍ਰੈਡੀਬਲ ਐਵੀਡੈਂਸ, ਉਸ ਤੋਂ ਬਾਅਦ ਓਬਵੀਅਸ ਸੀਗਾ ਜੋ ਇੰਡੀਆ ਦਾ ਬਿਆਨ ਆਇਆ ਕਿ ਇਹਦੇ ਵਿੱਚ ਐਵੀਡੈਂਸ ਕੋਈ ਦਿੱਤਾ ਨਹੀਂ ਗਿਆ ਸਾਨੂੰ। ਤਾਂ ਉਸ ਤੋਂ ਬਾਅਦ UN ਦੇ ਵਿੱਚ ਜਾ ਕੇ ਜਸਟਿਨ ਟਰੂਡੋ ਜਦੋਂ ਸਿਕਿਉਰਿਟੀ ਕਾਉਂਸਲ ਦੇ ਵਿੱਚ ਕੱਲ੍ਹ ਉਹਨਾਂ ਨੇ ਯੂਕਰੇਨ ਦੇ ਉੱਤੇ ਬੋਲਣਾ ਸੀ, ਤਾਂ ਉਦੋਂ ਉਹਨਾਂ ਨੇ ਉੱਥੇ ਵੀ ਇਹੀ ਗੱਲ ਕਹੀ ਕਿ ਵੀ ਹੈਵ ਦ ਕ੍ਰੈਡੀਬਲ ਐਵੀਡੈਂਸ, ਤੇ ਅੱਜ ਉਹਨਾਂ ਨੇ ਨਿਊਜ਼ ਡ੍ਰੌਪ ਹੋ ਗਈ। ਤਾਂ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਜਿਹੜੀਆਂ ਕੈਨੇਡਾ ਦੀਆਂ ਸਿਕਿਉਰਿਟੀ ਫੋਰਸ ਏਜੰਸੀਜ਼ ਨੇ ਉਹੀ ਇਹਦੇ ਵਿੱਚ ਇੱਕ ਨੈਰੇਟਿਵ ਬਣਾ ਰਹੀਆਂ ਨੇ ਕਿ ਜਿਹੜਾ ਪ੍ਰਾਈਮ ਮਿਨਿਸਟਰ ਦਾ ਸਟੇਟਮੈਂਟ ਆਉਣ ਤੋਂ ਬਾਅਦ ਹੁਣ ਜਿਹੜੀ ਐਵੀਡੈਂਸ ਦੀ ਗੱਲ ਆ ਰਹੀ ਹੈ ਉਸ ਨੂੰ ਇੱਦਾਂ ਨਿਊਜ਼ ਪੋਰਟਲਸ ਦੇ ਥਰੂ ਜਿਹੜਾ ਹੈਗਾ ਥਰੋ ਕੀਤਾ ਜਾ ਰਿਹਾ ਤਾਂ ਜੋ ਇਹ ਗੱਲ ਨੂੰ ਸਾਹਮਣੇ ਰੱਖਿਆ ਜਾ ਸਕੇ ਕਿ ਉਹਨਾਂ ਕੋਲ ਕਿਸ ਕਿਸਮ ਦਾ ਐਵੀਡੈਂਸ ਹੈਗਾ। ਤੇ ਇਹ ਮੰਨਿਆ ਜਾਂਦਾ ਕਿ ਕੋਈ ਵੀ ਜਿਹੜਾ ਸਟੇਟ ਦਾ ਹੈੱਡ ਹੈ ਜਦੋਂ ਕਿਸੇ ਫੋਰਨ ਸਟੇਟ ਦੇ ਉੱਤੇ ਇੰਨਾ ਗੰਭੀਰ ਇਲਜ਼ਾਮ ਲਗਾਉਂਦਾ ਉਹ ਵੀ ਆਪਣੇ ਪਾਰਲੀਮੈਂਟ ਦੇ ਵਿੱਚ, ਤਾਂ ਉਹ ਬਿਨਾਂ ਕਿਸੇ ਕ੍ਰੈਡੀਬਲ ਐਵੀਡੈਂਸ ਤੋਂ, ਬਿਨਾਂ ਕਿਸੇ ਸਟਰੋਂਗ ਫੁਟਿੰਗ ਤੋਂ ਨਹੀਂ ਲਗਾਏਗਾ। ਇਹ ਪ੍ਰਿਜ਼ੰਪਸ਼ਨ ਹੈ। ਤਾਂ ਇਹ ਇੰਟਰਨੈਸ਼ਨਲ ਲਾਅ ਦੇ ਵਿੱਚ ਪ੍ਰਿਜ਼ੰਪਸ਼ਨ ਮੰਨੀ ਜਾਂਦੀ ਹੈ ਕਿ ਜੇ ਜਸਟਿਨ ਟਰੂਡੋ ਇਸ ਲੈਵਲ ਤੱਕ ਗਏ ਨੇ ਤਾਂ ਕੋਈ ਨਾ ਕੋਈ ਜਿਹੜਾ ਕੰਸੋਲੀਡੇਟਡ ਐਵੀਡੈਂਸ ਹੈ ਉਹ ਕੈਨੇਡਾ ਦੀ ਗਵਰਨਮੈਂਟ ਕੋਲ ਹੈਗਾ, ਜਿਹੜਾ ਕਿ ਇੰਡੀਅਨ ਇਨਵੋਲਵਮੈਂਟ ਨੂੰ ਸਾਬਿਤ ਕਰਦਾ ਹੈ ਹਰਦੀਪ ਨਿੱਜਰ ਦੇ ਕੇਸ ਦੇ ਵਿੱਚ। ਟਰੂਡੋ ਐਂਡ ਗਵਰਨਮੈਂਟ ਨੇ ਇੱਦਾਂ ਇਲਜ਼ਾਮ ਲਗਾਏ ਨੇ ਇੰਡੀਆ ਤੇ ਉਹਨੂੰ ਆਨਸਰ ਬੈਕ ਕਰਨ ਵਾਸਤੇ ਇੰਡੀਅਨ ਗਵਰਨਮੈਂਟ ਨੇ ਕੈਨੇਡੀਅਨ ਵੀਜ਼ਾਸ ਤੇ ਥੋੜ੍ਹਾ ਬੈਨ ਲਗਾਇਆ ਹੈ, ਰਾਈਟ? ਜੀ। ਤੇ ਇਹ ਕਿਉਂ ਹੋਇਆ ਐਂਡ ਹਾਊ ਇੰਡੀਅਨ ਗਵਰਨਮੈਂਟ ਇਜ਼ ਟੇਕਿੰਗ ਦਿਸ ਐਲੀਗੇਸ਼ਨਸ? ਉਹਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਜਦੋਂ ਇਹਨਾਂ ਦਾ ਬਿਆਨ ਆਇਆ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਦਾ, ਤਾਂ ਅਗਲੇ ਹੀ ਦਿਨ ਉਹਨਾਂ ਦੀ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਐਕਸਟਰਨਲ ਅਫੇਅਰ ਮਿਨਿਸਟਰ ਦੇ ਜਿਹੜੇ ਸਪੋਕਸਪਰਸਨ ਨੇ ਮਿਸਟਰ ਬਾਗਚੀ, ਉਹਨਾਂ ਨੇ ਇਹਨੂੰ ਡਿਨਾਈ ਕਰਤਾ ਕਿ ਸਾਡੀ ਕੋਈ ਇਨਵੋਲਵਮੈਂਟ ਨਹੀਂ ਹੈ, ਸਾਡੇ ਤੇ ਬੇਸਲੈਸ ਐਲੀਗੇਸ਼ਨ ਹੈ। ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਤੇ ਰੋਕ ਲਾਈ ਗਈ ਹੈ, ਜਿਹੜੇ ਕੈਨੇਡੀਅਨ ਨਾਗਰਿਕ ਨੇ ਉਹਨਾਂ ਨੂੰ ਵੀਜ਼ਾ ਗ੍ਰਾਂਟ ਤੇ ਰੋਕ ਲਾਈ ਗਈ ਹੈ। ਜਦੋਂ ਇਹ ਹੋਇਆ ਸੀਗਾ, ਜਦੋਂ ਇਹ ਸਾਰੀ ਚੀਜ਼ ਹੁੰਦੀ ਹੈ, ਜਦੋਂ ਇਲਜ਼ਾਮ ਲੱਗਦਾ ਟਰੂਡੋ ਦੇ ਵੱਲੋਂ, ਤਾਂ ਟਰੂਡੋ ਵੀ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਉਹ ਇਹ ਗੱਲ ਕਰਦੀ ਹੈ ਕਿ ਉੱਥੇ ਜਿਹੜੇ ਇੰਡੀਆ ਦੀ ਜਿਹੜੀ ਕੌਂਸੂਲੇਟ ਹੈ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੇ ਸਿਕਿਉਰਿਟੀ ਅਫਸਰ ਤੈਨਾਤ ਸੀਗੇ ਉੱਥੇ ਇੱਕ, ਉਹ ਪੰਜਾਬ ਕੈਡਰ ਦੇ ਆਫਿਸਰ ਨੇ, ਪੁਲਿਸ ਆਫਿਸਰ ਸੀਗੇ। ਉਹਨਾਂ ਨੂੰ ਇਹਨਾਂ ਨੇ, ਉਹ ਹੈਗੇ ਡਿਪਲੋਮੈਟ ਹੀ ਸੀ, ਤਾਂ ਉਹ ਡਿਪਲੋਮੈਟ ਨੂੰ ਵਾਪਸ ਭੇਜਿਆ ਸੀਗਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਜਾਂ ਅੰਡਰ ਪ੍ਰੋਟੈਸਟ। ਤਾਂ ਉਹ ਜਦੋਂ ਵਾਪਸ ਭੇਜਿਆ ਤਾਂ ਇੰਡੀਆ ਨੇ ਵੀ ਉਹਦਾ ਐਕਟ ਕੀਤਾ ਕਿ ਇੰਡੀਆ ਨੇ ਜਿਹੜਾ ਕੈਨੇਡੀਅਨ ਡਿਪਲੋਮੈਟ ਹੈ ਉਹਨੂੰ ਵਾਪਸ ਭੇਜ ਦਿੱਤਾ। ਤਾਂ ਜਦੋਂ ਵੀ ਕੋਈ ਇੱਦਾਂ ਦੇ ਇੱਕ ਜਿਹੜੇ ਰਿਲੇਸ਼ਨ ਸਟ੍ਰੇਨ ਹੁੰਦੇ ਨੇ ਤਾਂ ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦਾ ਕਿ ਦੋਨੋਂ ਕੰਟਰੀਜ਼ ਆਪਣੇ ਆਪਣੇ ਡਿਪਲੋਮੈਟਸ ਨੂੰ ਜਾਂ ਉਹਦੇ ਜਿਹੜੇ ਡਿਪਲੋਮੈਟਿਕ ਮਿਸ਼ਨਸ ਨੇ ਉਹਨਾਂ ਨੂੰ ਵੀ ਕਈ ਵਾਰੀ ਕਾਲ ਆਫ ਕਰ ਲੈਂਦੇ ਆ। ਤਾਂ ਹਾਲੇ ਇਸ ਲੈਵਲ ਦੀ ਨੌਬਤ ਨਹੀਂ ਆਈ। ਦੋਨਾਂ ਕੰਟਰੀਜ਼ ਨੇ ਆਪਣੇ ਆਪਣੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੂੰ ਹੀ
ਵਾਪਸ ਭੇਜਿਆ, ਮੰਗਾਇਆ ਹੈਗਾ। ਮਤਲਬ ਕਿ ਇੰਡੀਆ ਨੇ ਉਹਨਾਂ ਦਾ ਭੇਜਤਾ, ਤੇ ਕੈਨੇਡਾ ਨੇ ਇੰਡੀਆ ਦਾ ਪਹਿਲਾਂ ਭੇਜਤਾ ਸੀ। ਤਾਂ ਉਹ ਦੋਨੇ ਚੀਜ਼ਾਂ ਹੋਈਆਂ ਨੇ। ਤਾਂ ਇਸ ਤੋਂ ਅਗਲੀ ਕਾਰਵਾਈ ਕੀ ਹੁੰਦੀ ਹੈ ਹਾਲੇ, ਇਹ ਹਾਲੇ ਨਹੀਂ ਹੋਇਆ ਕੁਛ ਵੀ। ਪਹਿਲਾਂ ਇਹ ਗੱਲ ਆ ਰਹੀ ਸੀ ਕਿ ਕੈਨੇਡਾ ਦੀ ਜਿਹੜੀ ਐਮਬੈਸੀ ਹੈ ਦਿੱਲੀ ਦੇ ਵਿੱਚ, ਜਿਹਨੂੰ ਹਾਈ ਕਮਿਸ਼ਨ ਕਹਿੰਦੇ ਆ, ਕਿਉਂਕਿ ਕਾਮਨਵੈਲਥ ਦਾ ਪਾਰਟ ਇੰਡੀਆ ਵੀ ਹੈ ਤਾਂ ਕਾਮਨਵੈਲਥ ਦਾ ਪਾਰਟ ਕੈਨੇਡਾ ਵੀ ਹੈ। ਤਾਂ ਉਹ ਉਹਨਾਂ ਦੀਆਂ ਸਾਰੀਆਂ ਐਮਬੈਸੀਜ਼ ਨੂੰ ਜਿਵੇਂ ਆਪਾਂ ਹਾਈ ਕਮਿਸ਼ਨ ਕਹੀਦਾ, ਤਾਂ ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਆ, ਉਹ ਉਸ ਦੇ ਵਿੱਚ ਜਿਹੜਾ ਲੋਕਲ ਇੰਡੀਅਨ ਸਟਾਫ ਸੀਗਾ, ਪਹਿਲਾਂ ਇਹ ਗੱਲ ਆ ਰਹੀ ਸੀ ਕਿ ਉਹਨਾਂ ਨੂੰ ਜਾਣ ਲਈ ਕਹਿ ਦਿੱਤਾ ਗਿਆ। ਪਰ ਬਾਅਦ ਚੋਂ ਕੈਨੇਡੀਅਨ ਜਿਹੜਾ ਹਾਈ ਕਮਿਸ਼ਨ ਆ ਉਹਨੇ ਕਲੀਅਰ ਕੀਤਾ ਕਿ ਇਦਾਂ ਦੀ ਕੋਈ ਗੱਲ ਨਹੀਂ, ਅਸੀਂ ਵੈਸੇ ਹੀ ਸਟਾਫ ਦੀ ਸ਼ਿਫਟਿੰਗ ਕਰ ਰਹੇ ਸੀ, ਬਟ ਇਟ ਵਾਜ਼ ਨਾਟ ਲਾਈਕ ਕਿ ਐਨੀ ਡਿਪਲੋਮੈਟਿਕ ਰਿਐਕਸ਼ਨ। ਤੋ ਇਹ ਹਾਲੇ ਸਥਿਤੀ ਹੈਗੀ ਆ। ਹਾਲੇ ਕੈਨੇਡਾ ਜਿਹੜਾ ਹੈਗਾ ਇੰਡੀਆ ਦਾ ਰਿਸਪੌਂਸ ਦੇਖ ਰਿਹਾ। ਦੂਸਰਾ ਇਹ ਦੇਖ ਰਿਹਾ ਕਿ ਜਿਹੜਾ ਕੈਨੇਡਾ ਨੇ ਸਭ ਤੋਂ ਵੱਧ ਗੱਲ ਕੀਤੀ ਕਿ ਜਿਹੜੇ ਦੂਸਰੀਆਂ ਕੰਟਰੀਜ਼ ਨੇ, ਜਿਹੜੀਆਂ I-5 ਦੀ ਮੈਂ ਗੱਲ ਕੀਤੀ, ਤਾਂ ਉਹਨਾਂ ਦਾ ਸਪੋਰਟ ਵੱਧ ਤੋਂ ਵੱਧ ਲੈਣਾ ਚਾਹੁੰਦਾ ਕੈਨੇਡਾ ਇਸ ਮਸਲੇ ਦੇ ਉੱਤੇ, ਕਿ ਉਹਨਾਂ ਨੂੰ ਬੈਕ ਕਰਨ। ਤੇ ਆਈ ਨੋ US ਤੇ ਬਾਈਡਨ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੈ ਕਿ US ਇਜ਼ ਬੈਕਿੰਗ ਕੈਨੇਡਾ ਇਨ ਦਿਸ ਸਿਚੁਏਸ਼ਨ। ਜੀ ਜੀ ਜੀ, ਬਿਲਕੁਲ। ਇਹਦੇ ਵਿੱਚ ਇਹ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਇਹ ਮਾਈਂਡਸੈਟ ਚੱਲਦਾ ਕਿ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਆ, ਤੇ ਜੋ ਇੰਡੋ ਪੈਸੀਫਿਕ ਦੀ ਜਿਹੜੀ ਪੋਲਿਟਿਕਸ ਚੱਲ ਰਹੀ ਆ ਉਹਦੇ ਵਿੱਚ ਚਾਈਨਾ ਦੇ ਅਗੇਂਸਟ ਵੈਸਟ ਨੂੰ ਇੰਡੀਆ ਦੀ ਲੋੜ ਆ। ਤਾਂ ਇਸ ਕਰਕੇ ਮਤਲਬ ਕਿ ਕੋਈ ਵੀ ਵੈਸਟਰਨ ਜਿਹੜੀ ਕੰਟਰੀ ਹੈ ਉਹ ਬਹੁਤ ਜ਼ਿਆਦਾ ਇੰਡੀਆ ਦੇ ਅਗੇਂਸਟ ਨਹੀਂ ਜਾ ਸਕਦੀ। ਪਰ ਇਸ ਮਾਮਲੇ ਦੇ ਵਿੱਚ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਜੋ ਸਟੇਟਮੈਂਟ ਦਿੱਤੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਨੂੰ ਟੇਕਨ ਫॉर ਗ੍ਰਾਂਟਡ ਨਾ ਲਿਆ ਜਾਵੇ, ਤੇ ਜੇ ਇਹ ਬਹੁਤ ਕੋਰ ਵੈਲਿਊ ਸਿਸਟਮ ਦਾ ਮਸਲਾ ਹੋਏਗਾ ਤਾਂ ਉੱਥੇ ਅਸੀਂ ਕੈਨੇਡਾ ਨੂੰ ਵੀ ਬੈਕ ਕਰਾਂਗੇ, ਤੇ ਇੰਡੀਆ ਇਹ ਸਮਝੇ ਕਿ ਜਿਹੜਾ ਕੋਰ ਵੈਲਿਊ ਸਿਸਟਮ ਆ ਲਿਬਰਲ ਡੈਮੋਕ੍ਰੇਸੀ ਦਾ, ਉਹਦੇ ਤੇ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ। ਇੱਕ ਬਹੁਤ ਵੱਡੀ ਸਟਰੋਂਗ ਸਟੇਟਮੈਂਟ ਹੈ US ਸਟੇਟ ਡਿਪਾਰਟਮੈਂਟ ਦੀ। ਤੇ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਕੈਨੇਡਾ ਦੀ ਫੋਰਨ ਪਾਲਿਸੀ ਹੈ ਉਹ ਬਹੁਤ ਹੱਦ ਤੱਕ ਹਾਈਜੈਕ ਮੰਨੀ ਜਾਂਦੀ ਹੈ ਅਮਰੀਕਾ ਦੇ ਵੱਲੋਂ, ਕਿ ਜਿਹੜੀ ਕੈਨੇਡਾ ਦੀ ਫੋਰਨ ਪਾਲਿਸੀ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਜੋ ਅਮਰੀਕਨ ਲਾਈਨ ਹੈ ਉਸ ਨੂੰ ਹੀ ਟੋ ਕੀਤਾ ਜਾਂਦਾ। ਤੇ ਜੇ ਜਸਟਿਨ ਟਰੂਡੋ ਨੇ ਏਡਾ ਵੱਡਾ ਇਲਜ਼ਾਮ ਇੰਡੀਆ ਦੇ ਉੱਪਰ ਲਗਾਇਆ ਹੈ, ਤਾਂ ਉਹ ਅਮਰੀਕਨ ਬੈਕਿੰਗ ਤੋਂ ਬਿਨਾਂ ਨਹੀਂ ਲਗਾਇਆ ਹੋ ਸਕਦਾ। ਬਲਕਿ ਇਹ ਪ੍ਰੀਜ਼ੰਪਸ਼ਨ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਕੌਨਫੀਡੈਂਸ ਲੈਣ ਤੋਂ ਬਾਅਦ ਹੀ ਏਡਾ ਵੱਡਾ ਸਟੈਪ ਚੱਕਿਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਜਿਹੜੀ ਸਖਤੀ ਹੈ ਭਾਰਤ ਦੇ ਖਿਲਾਫ ਕੈਨੇਡਾ ਦੇ ਵੱਲੋਂ ਅਮਰੀਕਾ ਦੇ ਹਵਾਲੇ ਨਾਲ ਜਾਂ ਹੋਰ ਕੰਟਰੀਜ਼ ਦੇ ਥਰੂ ਕੀਤੀ ਜਾਊਗੀ, ਤਾਂ ਕਿ ਇਹਦੇ ਵਿੱਚ ਜਿਹੜੀ ਡਿਮਾਂਡ ਕੈਨੇਡਾ ਕਰ ਰਿਹਾ ਜਾਂ US ਨੇ ਵੀ ਜਿਹੜੀ ਗੱਲ ਆਖੀ ਹੈ ਕਿ ਜਿਹੜੋ ਇੰਡੀਆ ਹੈਗਾ, ਜੋ ਵੀ ਇਨਵੈਸਟੀਗੇਸ਼ਨ ਕੈਨੇਡਾ ਦੇ ਵੱਲੋਂ ਚੱਲ ਰਹੀ ਹੈ ਨਿੱਜਰ ਦੇ ਕੇਸ ਦੇ ਵਿੱਚ, ਉਹਦੇ ਵਿੱਚ ਕੋਆਪਰੇਟ ਕਰੇ। ਇੰਡੀਅਨ ਸਿਟੀਜ਼ਨਸ ਦਾ ਕੀ ਰਿਐਕਸ਼ਨ ਹੈਗਾ ਇਸ ਕੇਸ ਨੂੰ ਰਹਿ ਕੇ? ਕਿ ਉਹ ਮੰਨਦੇ ਨੇ ਕਿ ਇੰਡੀਆ ਦੀ ਇਨਵੋਲਵਮੈਂਟ ਹੈਗੀ ਹੈ? ਇਜ਼ ਇਟ ਅ ਬਾਇਸਡ? ਕੀ ਰਾਏ ਕੀ ਹੈ ਇੰਡੀਅਨ ਸਿਟੀਜ਼ਨਸ ਦੀ? ਦੇਖੋ, ਇਹਦਾ ਐਸ ਸੱਚ ਕੋਈ ਇਸ ਕਿਸਮ ਦਾ ਕੋਈ ਸਰਵੇ ਤਾਂ ਸਾਹਮਣੇ ਨਹੀਂ ਆਇਆ ਕਿ ਇੰਡੀਆ ਸਿਟੀਜ਼ਨ ਜਿਹੜੇ ਆ ਉਹ ਕੀ ਮਹਿਸੂਸ ਕਰਦੇ ਆ ਸਾਰੇ ਤੇ। ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਰਾਏ ਜ਼ਾਹਰ ਕੀਤੀ ਜਾ ਰਹੀ ਹੈ ਜਾਂ ਜਿਹੜੇ ਟ੍ਰੈਂਡ ਚੱਲ ਰਹੇ ਆ, ਜੇ ਆਪਾਂ ਉਹਨੂੰ ਫੋਲੋ ਕਰੀਏ ਤਾਂ ਉਹਦੇ ਤੋਂ ਇਹ ਲੱਗਦਾ ਕਿ ਜੋ ਖਾਲਿਸਤਾਨ ਦੀ ਜਿਹੜੀ ਸੈਪਰੇਟਿਜ਼ਮ ਹੈ ਉਹਨੂੰ ਇੰਡੀਆ ਤਾਂ ਟੈਰਰਿਸਟ ਟਰਮ ਕਰਦਾ। ਤਾਂ ਇਸ ਕਰਕੇ ਮੈਜੋਰਿਟੀ ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹ ਇਸ ਨੂੰ ਟੈਰਰ ਐਕਟੀਵਿਟੀ ਦੇ ਤੌਰ ਤੇ ਹੀ ਦੇਖਦੇ ਨੇ। ਉਹਨਾਂ ਲਈ ਜਿਹੜੇ ਹਰਦੀਪ ਸਿੰਘ ਨਿੱਜਰ ਨੇ ਉਹ ਇੱਕ ਟੈਰਰਿਸਟ ਹੀ ਨੇ, ਜਿਵੇਂ ਦਾ ਇੱਕ ਵਿਊ ਬਣਾਇਆ ਗਿਆ ਮੀਡੀਆ ਦੇ ਵੱਲੋਂ ਜਾਂ ਓਵਰਆਲ, ਹੈ ਨਾ। ਨਹੀਂ, ਮੈਂ ਖੁਦ ਇਹ ਗੱਲ ਨੋਟਿਸ ਕੀਤੀ ਹੈ ਕਿ ਜਦੋਂ ਉਹ ਹਰਦੀਪ ਨਿੱਜਰ ਦਾ ਨਾਮ ਲੈਂਦੇ ਨੇ ਉਹਦੇ ਅੱਗੇ ਉਹ ਟੈਰਰਿਸਟ ਬੋਲਦੇ ਨੇ, ਕਿ ਇੰਡੀਆ ਨੇ ਪਹਿਲਾਂ ਹੀ ਇਹਨਾਂ ਨੂੰ ਕਲੇਮ ਕਰ ਦਿੱਤਾ ਕਿ ਉਹ ਟੈਰਰਿਸਟਸ ਨੇ। ਤੇ ਇਹ ਵੀ ਇੱਕ ਬਹੁਤ ਹੀ ਵੱਡਾ ਇੱਕ ਨੇਮ ਟੈਗ ਦਿੱਤਾ ਜਾ ਰਿਹਾ ਇੱਕ ਬੰਦੇ ਨੂੰ ਜਿਹਨੇ ਕੋਈ ਇਲੀਗਲ ਕੰਮ ਵੀ ਨਹੀਂ ਕੀਤਾ, ਲੀਗਲ ਤਰੀਕੇ 'ਤੇ ਆਪਣਾ ਪੁਆਇੰਟਸ ਆਫ ਵਿਊ ਰੱਖਦੇ ਪਏ ਨੇ ਇਨ ਅ ਡਿਫਰੈਂਟ ਕੰਟਰੀ, ਬਟ ਇਟਸ ਨੇਮਡ ਐਜ਼ ਅ ਟੈਰਰਿਸਟ ਇਨ ਇੰਡੀਆ। ਹਾਂ, ਓਬਵੀਅਸਲੀ ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਇੰਡੀਆ ਦੇ ਵਿੱਚ ਪਹਿਲਾਂ ਤੋਂ ਹੀ ਰਿਹਾ। ਇਟਸ ਨਾਟ ਓਨਲੀ ਵਿਦ ਦ ਸਿੱਖਸ, ਬਟ ਜਿਹੜੇ ਕਸ਼ਮੀਰੀ ਸੈਪਰੇਟਿਸਟ ਨੇ ਉਹਨਾਂ ਨੂੰ ਵੀ ਇੱਦਾਂ ਹੀ ਕਿਹਾ ਜਾਂਦਾ, ਜਾਂ ਨਾਰਥ ਈਸਟ ਦੇ ਵਿੱਚ ਜਿਹੜੀਆਂ ਹੋਰ ਤਹਿਰੀਕਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਸੈਪਰੇਟਿਜ਼ਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਟੈਰਰਿਸਟ ਕਿਹਾ ਜਾਂਦਾ। ਤਾਂ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ। ਇੰਡੀਅਨ ਮੀਡੀਆ ਦਾ ਆਪਣਾ ਇੱਕ ਐਕੋਸਿਸਟਮ ਹੈਗਾ ਜਿਹੜਾ ਵਿਦਨ ਕੰਟਰੀ ਕੰਮ ਕਰਦਾ। ਬਟ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤਰ੍ਹਾਂ ਹਰਦੀਪ ਨਿੱਜਰ ਦਾ ਮਾਮਲਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਗਿਆ, ਨਿਊਯਾਰਕ ਟਾਈਮਸ ਨੇ, ਵਾਸ਼ਿੰਗਟਨ ਪੋਸਟ ਵਰਗੇ ਵੱਡੇ ਵੱਡੇ ਪੇਪਰਸ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਲਾਈਆਂ ਤਾਂ ਉਹਨਾਂ ਨੇ ਸ਼ਬਦ ਯੂਜ਼ ਕੀਤਾ ਸਿੱਖ ਐਕਟਿਵਿਸਟ ਜਾਂ ਸਿੱਖ ਸੈਪਰੇਟਿਸਟ ਐਕਟਿਵਿਸਟ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇੰਡੀਅਨ ਨਿਊਜ਼ ਪੋਰਟਲਸ ਨੇ
ਉਹਨਾਂ ਨੇ ਵੀ ਟੈਰਰਿਸਟ ਸ਼ਬਦ ਨੂੰ ਛੱਡ ਕੇ ਇਹ ਹੂੰ, ਐਕਟਿਵਿਸਟ ਜਾਂ ਸਿੱਖ ਸੈਪਰੇਟਿਸਟ ਲਾਣਾ ਸ਼ੁਰੂ ਕਰਤਾ। ਤੋ ਕਿਤੇ ਨਾ ਕਿਤੇ ਉਹਨਾਂ ਤੇ ਦਬਾਅ ਪਿਆ ਇਸ ਗੱਲ ਦਾ ਕਿ ਜਿੰਨੀ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਪਾਰਲੀਮੈਂਟ 'ਚ ਚਲਿਆ ਗਿਆ ਮਸਲਾ, ਤੇ ਇਹ ਜਿੰਨਾ ਮਸਲਾ ਤੂਲ ਫੜ ਗਿਆ, ਉਹ ਦੂਸਰੇ ਕੇਸਾਂ ਦੇ ਵਿੱਚ ਸ਼ਾਇਦ ਇੰਨਾ ਨਹੀਂ ਹੁੰਦਾ, ਇੰਨੀ ਹਾਈਲਾਈਟ ਨਹੀਂ ਹੁੰਦਾ ਮਸਲਾ। ਤਾਂ ਇਸ ਕਰਕੇ ਕਿਤੇ ਨਾ ਕਿਤੇ ਫਿਰ ਲੈਂਗੁਏਜ ਕੌਨਸ਼ੀਅਸ ਇੰਡੀਆ ਵੀ ਕਿਤੇ ਨਾ ਕਿਤੇ ਹੋਇਆ ਕਿ ਇਸ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਥੋੜ੍ਹੀ ਜਿਹੀ ਆਪਣੀ ਲਾਈਨ ਜਿਹੜੀ ਹੈ, ਜਿਹੜੀ ਕਿਸੇ ਨੂੰ ਲੇਬਲ ਕਰਨ ਦੀ ਲਾਈਨ ਹੈ, ਉਹਨੂੰ ਥੋੜ੍ਹਾ ਜਿਹਾ ਟੋਨ ਡਾਊਨ ਕੀਤਾ, ਘੱਟੋ ਘੱਟ ਹਰਜੀਤ ਸੱਜਣ ਦੇ ਮਾਮਲੇ 'ਤੇ। ਜਿੱਥੋਂ ਤੱਕ ਰਾਏ ਰਹਿ ਗਈ ਇੰਡੀਆ ਦੇ ਲੋਕਾਂ ਦੀ, ਤਾਂ ਉਹਨਾਂ ਲਈ majority of them are like Harjeet Nijjar was a terrorist, was anti-India, and and last but not the least ਕਿ ਬਹੁਤ ਸਾਰੇ ਲੋਕਾਂ ਲਈ ਇਹ ਵੀ ਸਹੀ ਆ ਕਿ ਜੇ ਉਹਨਾਂ ਨੂੰ ਉੱਥੇ ਜਾ ਕੇ ਮਾਰਿਆ ਗਿਆ ਤਾਂ ਹੀ ਡਿਜ਼ਰਵ ਟੂ ਬੀ ਕਿਲਡ ਲਾਈਕ ਦੈਟ। ਇਹ ਚੀਜ਼ ਹੂੰ, ਕਿਉਂ ਹੈ ਕਿ ਪਹਿਲਾਂ ਨਹੀਂ ਸੀ ਇਹ ਇਦਾਂ ਹੁੰਦਾ, ਬਟ ਜਦੋਂ ਦੀ ਅਥੋਰੀਟੇਰੀਅਨ ਰਜੀਮ ਇੰਡੀਆ ਦੇ ਵਿੱਚ, ਜਿਵੇਂ ਮੋਦੀ ਗਵਰਨਮੈਂਟ ਆਈ ਹੈ, ਤਾਂ ਇਹ ਇੱਕ ਐਕੋਸਿਸਟਮ, ਜਾਂ ਜਿਹੜੇ ਇਹਨਾਂ ਦੇ ਰਾਈਟ ਵਿੰਗਰ ਨੇ ਜਾਂ ਜਿਹੜੇ ਵੀ ਲੋਕ ਬੋਲਦੇ ਆ, ਬੋਲਡਲੀ ਬੋਲਦੇ ਆ, ਉਹ ਕਹਿੰਦੇ ਆ ਕਿ ਜਿਵੇਂ ਇਜ਼ਰਾਈਲ ਆਪਣੇ ਦੁਸ਼ਮਣ ਨੂੰ ਕਿਤੇ ਵੀ ਜਾ ਕੇ ਮਾਰ ਸਕਦਾ, ਉਸੇ ਤਰ੍ਹਾਂ ਹੀ ਇੰਡੀਆ ਨੂੰ ਕਰਨਾ ਚਾਹੀਦਾ। ਤੇ ਇਹ ਗੱਲ ਜਦੋਂ ਹਰਦੀਪ ਨਿੱਜਰ ਦੀ ਮੌਤ ਹੋਈ ਸੀ ਜੂਨ ਮਹੀਨੇ ਦੇ ਵਿੱਚ, ਤਾਂ ਉਦੋਂ ਇੱਕ ਇੰਡੀਆ ਦੇ ਰਾਈਟ ਵਿੰਗਰ ਪ੍ਰੋਪੇਗੈਂਡਿਸਟ ਨੇ ਮਿਸਟਰ ਮੇਜਰ ਗੌਰਵ ਆਰਿਆ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਖੋ ਜੀ, ਇਹ ਅਸੀਂ ਕਰਵਾਇਆ ਕੰਮ, ਤੇ ਅਸੀਂ ਇਹਨਾਂ ਨੂੰ ਮਤਲਬ ਕਿ ਇੱਦਾਂ ਕੀਤਾ ਹੈਗਾ। ਤੇ ਇਹ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਓਪਨ ਐਡਵੋਕੇਸੀ ਕੀਤੀ ਜਾਂਦੀ ਹੈ। ਹਾਲਾਂਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਜਾਂ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਨੇ, ਉਹਨਾਂ ਦੇ ਵੱਲੋਂ ਇਸ ਗੱਲ ਦੀ ਕੋਈ ਤਾਇਦ ਨਹੀਂ ਕੀਤੀ ਜਾਂਦੀ, ਜਾਂ ਕੋਈ ਇੱਦਾਂ ਦਾ ਰਿਲੇਸ਼ਨ ਦਿਖਾਇਆ ਨਹੀਂ ਜਾਂਦਾ, ਜਾਂ ਉਹਨੂੰ ਉਹ ਕੋਈ ਸਰਟੀਫਾਈ ਨਹੀਂ ਕਰਦੇ ਕਿ ਇਹ ਬੰਦਾ ਸਾਡੇ ਬਿਹਾਫ ਤੇ ਬੋਲ ਰਿਹਾ। ਬਟ ਇੱਦਾਂ ਦੀ ਜਿਹੜੀ ਹੇਟ ਮੌਂਗਰਿੰਗ ਹੁੰਦੀ ਹੈ, ਫਿਰ ਉਹਦੇ ਤੇ ਕੋਈ ਨੱਥ ਵੀ ਨਹੀਂ ਪਾਈ ਜਾਂਦੀ। ਤਾਂ ਇਹ ਹੈ ਕਿ ਇਹ ਚੀਜ਼ ਤੋਂ ਫਿਰ ਓਪਨ ਸਪੋਰਟ ਜਿਹੜੀ ਆ ਉਹ ਇਹ ਮਿਲ ਰਹੀ ਆ ਕਿ ਜਿੱਦਾਂ ਇਜ਼ਰਾਈਲ ਕਰ ਰਿਹਾ ਆ, ਜਿੱਦਾਂ ਤੁਸੀਂ ਦੇਖੋ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਵੈਬ ਸੀਰੀਜ਼ ਇੰਡੀਆ ਦੇ ਡੋਮੈਸਟਿਕ ਵਿੱਚ ਆਈਆਂ ਨੇ, ਜਾਂ ਮਤਲਬ ਕਿ ਜਿਵੇਂ ਹਿੰਦੀ ਦੇ ਵਿੱਚ ਆਈਆਂ ਨੇ ਜਾਂ ਹੋਰ ਲੈਂਗੁਏਜਿਸ ਦੇ ਵਿੱਚ ਆਈਆਂ ਨੇ, ਉਹਦੇ ਵਿੱਚ ਵੀ ਇੱਦਾਂ ਦੀਆਂ ਇੱਕ ਸਪਾਈ ਸੀਰੀਜ਼ ਬਹੁਤ ਚੱਲੀਆਂ ਨੇ, ਤੇ ਉਹਦੇ ਵਿੱਚ ਇਹ ਚੀਜ਼ ਦਿਖਾਈ ਜਾਂਦੀ ਹੈ ਕਿ ਵੀ ਕਿਸ ਤਰ੍ਹਾਂ ਜਿਹੜਾ ਇੱਕ ਸਪਾਈ ਹੈ ਜਾਂ ਜਿਹੜਾ ਮਿਸ਼ਨ ਤੇ ਜਾਂਦਾ ਕਿਸੇ ਦੂਜੀ ਕੰਟਰੀ ਦੇ ਵਿੱਚ, ਤੇ ਉੱਥੇ ਦੁਸ਼ਮਣ ਨੂੰ ਮਾਰ ਕੇ ਆਉਂਦਾ। ਤਾਂ ਇਹ ਇੱਕ ਜਿਹੜੀ ਪਬਲਿਕ ਓਪੀਨੀਅਨ ਮੇਕਿੰਗ ਹੈ, ਇਸ ਤਰ੍ਹਾਂ ਵੀ ਮਤਲਬ ਕਿ ਇੱਕ ਇੰਟਰਟੇਨਮੈਂਟ ਦੇ ਜਿਹੜੇ ਮੀਨਸ ਨੇ, ਉਹਦੇ ਨਾਲ ਵੀ ਕੀਤੀ ਜਾਂਦੀ ਹੈ, ਮੀਡੀਆ ਦੇ ਨਾਲ ਵੀ ਕੀਤੀ ਜਾਂਦੀ ਹੈ। ਹਾਲਾਂਕਿ ਟੈਕਨੀਕਲੀ ਜਦੋਂ ਹੁਣ ਇੱਕ ਇਹ ਐਲੀਗੇਸ਼ਨ ਲੈਵਲ ਹੋ ਗਿਆ, ਤਾਂ ਉਦੋਂ ਪਬਲਿਕ ਫੇਸ ਦੇ ਵਿੱਚ ਇਸ ਚੀਜ਼ ਨੂੰ ਡਿਨਾਈ ਕੀਤਾ ਜਾ ਰਿਹਾ ਐਜ਼ ਫਾਰ ਐਜ਼ ਦ ਗਵਰਨਮੈਂਟ, ਮਤਲਬ ਕਿ ਜਿਹੜਾ ਸਰਕਾਰ ਦਾ ਪੱਖ ਹੈ। ਪਰ ਜੇ ਆਪਾਂ ਥੱਲੜੇ ਲੈਵਲ ਤੇ ਜਾਈਏ, ਤਾਂ ਉਹਦੇ ਵਿੱਚ ਇਹ ਹੈ ਕਿ ਲੋਕ ਵਿੱਚੋਂ ਇਹ ਗੱਲ ਵੀ ਮੈਜੋਰਿਟੀ ਪੱਧਰ ਤੇ ਕਹਿ ਰਹੇ ਨੇ ਕਿ ਵੀ ਇਹ ਚਲੋ ਚੰਗਾ ਕੀਤਾ, ਦੂਜਿਆਂ ਨੂੰ ਮਤਲਬ ਕਿ ਇਹਦੇ ਨਾਲ ਇੱਕ ਲੈਸਨ ਮਿਲੇਗਾ। ਤੋ ਇਹ ਇੱਕ ਮਰਮਰਿੰਗ ਜਿਹੜੀ ਹੈ ਪ੍ਰਾਈਵੇਟਲੀ ਇਹ ਵੀ ਚੱਲਦੀ ਹੈ। ਹੂੰ। ਇਹ ਕਹਿਣ ਦਾ ਮੇਰਾ ਮਤਲਬ ਸੀਗਾ ਕਿ ਪਬਲਿਕ ਓਪੀਨੀਅਨ ਤਕਰੀਬਨ ਇਹਨਾਂ ਦੇ ਅਸੈਸੀਨੇਸ਼ਨ ਦੇ ਹੱਕ ਵਿੱਚ ਹੀ ਹੈ। ਹੱਕ ਵਿੱਚ ਹੀ ਆਇਆ। ਸੋ ਜਿਵੇਂ ਕਿ ਇਹ ਕੇਸ ਸਾਡੇ ਸਾਹਮਣੇ ਆਇਆ ਹੈ ਨਾ, ਅਤੇ ਇਸ ਕੇਸ ਕਰਕੇ ਭਾਰਤ ਵਿੱਚ, ਪੰਜਾਬ ਵਿੱਚ ਜਿਹੜੇ ਸਿੱਖ ਰਹਿ ਰਹੇ ਨੇ, ਉਹਨਾਂ 'ਤੇ ਕੀ ਅਸਰ ਹੋ ਸਕਦਾ? ਜੀ, ਬਿਲਕੁਲ ਡਾਇਰੈਕਟ ਇੰਪਲੀਕੇਸ਼ਨਸ ਨੇ, ਬੜੀਆਂ ਸੀਰੀਅਸ ਇੰਪਲੀਕੇਸ਼ਨਸ ਨੇ ਭਾਰਤ ਦੇ ਵਿੱਚ ਰਹਿ ਰਹੇ ਸਿੱਖਾਂ 'ਤੇ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਰਹਿ ਰਹੇ ਸਿੱਖਾਂ 'ਤੇ। ਕਿਉਂਕਿ ਜਿਹੜਾ ਸਾਰਾ ਇਹ ਬੇਸਿਕਲੀ ਇਹਦੇ ਵਿੱਚ ਜਿਹੜਾ ਇਹ ਸਾਰਾ ਮੁੱਦਾ ਉਭਾਰਿਆ ਜਾ ਰਿਹਾ, ਆਪਾਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ ਜਾਂ ਭਾਰਤ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ, ਉਹਨਾਂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਡਿਮਾਂਡ ਆ ਜਾਂ ਖਾਲਿਸਤਾਨ ਦੀ ਜਿਹੜੀ ਪੋਲੀਟੀਕਲ ਵਿਊ ਆ, ਉਹਨੂੰ ਬੜਾ ਜ਼ਿਆਦਾ ਸਬਸਕ੍ਰਾਈਬ ਨਹੀਂ ਕੀਤਾ ਜਾਂਦਾ। ਕਿਉਂਕਿ ਪਹਿਲਾਂ ਹੀ ਇੱਥੇ ਇੱਕ ਜਿਹੜੀ ਪੂਰੀ ਇੱਕ ਪੋਲੀਟੀਕਲ ਮੂਵਮੈਂਟ ਜਿਹੜੀ ਹੈ ਇਸ ਇਸ਼ੂ ਦੇ ਉੱਤੇ ਲੜੀ ਗਈ ਹੈ, ਤੇ ਉਹ ਫੇਲ ਹੋਈ ਹੈ। ਤਾਂ ਉਸ ਤੋਂ ਬਾਅਦ ਇਹ ਇੱਥੋਂ ਦੇ ਲੋਕਾਂ ਦੇ ਤਜਰਬੇ 'ਚ ਗਿਆ ਕਿ ਇਹ ਚੀਜ਼ ਪੋਸੀਬਲ ਨਹੀਂ ਹੈ। ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਲੋਕ ਨੇ, ਉਹਨਾਂ ਨੇ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਇੰਡੀਅਨ ਇਲੈਕਸ਼ਨ ਸਿਸਟਮ ਦੇ ਅੰਡਰ ਹੈਗਾ, ਉਸ ਨੂੰ ਅਡਾਪਟ ਕੀਤਾ ਮੈਜੋਰਿਟੀ ਲੈਵਲ 'ਤੇ। ਤਾਂ ਪਰ ਇੱਕ ਸੈਗਮੈਂਟ ਫਿਰ ਵੀ, ਇੱਕ ਛੋਟਾ ਹਿੱਸਾ ਭਾਵੇਂ 1-2%, ਉਹ ਐਲੀਮੈਂਟ ਫਿਰ ਵੀ ਰਹਿੰਦਾ, ਬਟ ਲਾਈਕ ਇੰਨਾ ਜ਼ਿਆਦਾ ਇਹਦੇ ਵਿੱਚ ਕੋਈ ਇੱਦਾਂ ਦੀ ਹੈ ਨਹੀਂ ਗੀ। ਪਰ ਇੰਡੀਆ ਗਵਰਨਮੈਂਟ ਜਿਹੜੀ ਹੈਗੀ ਆ, ਉਹਨੂੰ ਐਸਕਲੇਟ ਕਰਦੀ ਆ ਡਾਇਸਪੋਰਾ ਦੇ ਥਰੂ, ਕਿ ਡਾਇਸਪੋਰਾ ਜਿਹੜਾ ਹੈਗਾ ਇਹਨੂੰ ਪੰਪ ਕਰ ਰਿਹਾ ਵਿਦ ਦ ਹੈਲਪ ਆਫ ਪਾਕਿਸਤਾਨ। ਤਾਂ ਜਦੋਂ ਹੁਣ ਇਸ ਲੈਵਲ ਦੀ ਘਟਨਾਕ੍ਰਮ ਹੋ ਰਹੀ ਆ, ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਸਿੱਖ ਰਹਿੰਦਾ, ਉਹਨੂੰ ਡੇ ਟੂ ਡੇ ਲਾਈਫ ਦੀ ਤਾਂ ਉਹਦਾ ਆਪਣਾ ਐਂਗਲ ਉੱਥੇ ਚੱਲ ਰਿਹਾ ਉੱਥੋਂ ਦੀਆਂ ਗਵਰਨਮੈਂਟਸ ਦੇ ਥਰੂ। ਪਰ ਜਿਹੜੀ ਦੀ ਡੇ ਟੂ ਡੇ ਸਟਲਰ ਹੈਗੀ ਆ, ਜਾਂ ਜਿਹੜੀ ਹੀਟ ਆ,
ਉਹ ਪੰਜਾਬ ਜਾਂ ਭਾਰਤ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਹੀ ਮਤਲਬ ਕਿ ਝੱਲਣੀ ਪੈਂਦੀ ਹੈ। ਤੇ ਹੂੰ, ਆਪਾਂ ਦੇਖਿਆ ਕਿ ਜਿਸ ਢੰਗ ਦੇ ਨਾਲ ਹੁਣ ਇਹ ਸਾਰਾ ਮਸਲਾ ਚੱਲ ਰਿਹਾ, ਤਾਂ ਇੰਡੀਆ ਦੇ ਵਿੱਚ ਇੱਕ ਪੂਰੀ ਵੱਡੇ ਪੱਧਰ ਤੇ ਇੱਕ ਹੇਟ ਕੈਂਪੇਨ ਸਿੱਖਾਂ ਦੇ ਖਿਲਾਫ ਹੁਣ ਵੀ ਚੱਲ ਰਹੀ ਹੈ। ਤੇ ਇਸ ਸਾਰੇ ਦੇ ਵਿੱਚ ਜਿੱਥੇ ਕਿ ਤੁਹਾਨੂੰ ਪੈਰ ਪੈਰ ਤੇ ਜਿਹੜੇ ਸਿੱਖ ਇੰਡੀਆ ਦੇ ਵਿੱਚ ਰਹਿੰਦੇ, ਪੰਜਾਬ ਦੇ ਵਿੱਚ ਰਹਿੰਦੇ, ਉਹਨਾਂ ਨੂੰ ਆਪਣੀ ਪੈਟਰੀਓਟਾਈਜ਼ਮ ਜਾਂ ਨੈਸ਼ਨਲਿਜ਼ਮ ਨੂੰ ਪ੍ਰੂਵ ਕਰਨਾ ਪੈਂਦਾ ਕਿ ਤੁਸੀਂ ਖਾਲਿਸਤਾਨੀ ਨਹੀਂ ਹੈਗੇ, ਤੁਸੀਂ ਇੰਡੀਆ ਪ੍ਰਸਤ ਹੋ ਜਾਂ ਤੁਸੀਂ ਇੰਡੀਆ ਦੀ ਗਵਰਨਮੈਂਟ ਦੇ ਲਾਇਲ ਹੋ। ਤੇ ਤੁਹਾਨੂੰ ਬਾਰ-ਬਾਰ ਇਹ ਚੀਜ਼ ਪੁੱਛੀ ਜਾਂਦੀ ਹੈ। ਤੇ ਇਹ ਇਸ ਮਾਮਲੇ ਦੇ ਵਿੱਚ ਦੂਸਰਾ ਇਹ ਹੈ ਕਿ ਕੁਝ ਲੋਕ ਭਾਵੁਕ ਨੇ, ਪੰਜਾਬ ਦੇ ਵਿੱਚ ਵੀ ਮੰਨਦੇ ਆ, ਤਾਂ ਜੇ ਮੰਨ ਲਓ ਕੋਈ ਇੱਦਾਂ ਦੀ ਰਿਐਕਸ਼ਨ ਹੁੰਦੀ ਇੰਡੀਆ ਦੇ ਵਿੱਚ, ਤਾਂ ਉਹਨਾਂ ਨੂੰ ਫਿਰ ਕੇਸਿਸ ਵਗੈਰਾ, ਜੇ ਤੁਸੀਂ ਸਮਝੋ ਕਿ ਜਿਵੇਂ ਕੈਨੇਡਾ ਦੇ ਵਿੱਚ ਇੱਕ ਪੀਸਫੁਲ ਪ੍ਰੋਟੈਸਟ ਨੂੰ ਅਲਾਓ ਨਹੀਂ ਕੀਤਾ ਜਾ ਰਿਹਾ, ਤੇ ਜਿਹੜਾ ਇੰਡੀਆ ਦੇ ਵਿੱਚ ਜੇ ਕੋਈ ਇੱਦਾਂ ਦੀ ਹਿੰਮਤ ਕਰੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਹੋਊਗਾ। ਹੂੰ, ਤਾਂ ਉਹੀ ਗੱਲ ਹੈ ਕਿ ਵੀ ਉੱਥੇ ਫਿਰ ਜਿਹੜਾ ਹੈਗਾ UAPA, ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਇੱਕ ਡਰਾਕੋਨੀਅਨ ਲਾਅ ਹੈਗਾ ਤੇ ਇੰਡੀਆ ਦੇ ਵਿੱਚ ਮਤਲਬ ਕਿ ਐਕਸਟਰਾ ਆਰਡੀਨਰੀ ਲਾਅ ਮੰਨਿਆ ਜਾਂਦਾ ਤੇ ਟੂ ਟੈਕਲ ਦਾ ਟੈਰਰਿਜ਼ਮ, ਜੋ ਵੀ ਇੰਡੀਆ ਗਵਰਨਮੈਂਟ ਜਿਹਨੂੰ ਟੈਰਰਿਜ਼ਮ ਮੰਨਦੀ ਹੈ, ਤਾਂ ਫਿਰ ਉਹਦੇ ਅੰਡਰ ਕੇਸਿਸ ਸਲੈਪ ਕਰਕੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਰੈਫਰੈਂਡਮ 2020 ਵਗੈਰਾ ਘਟਨਾਵਾਂ ਚੱਲਦੀਆਂ ਸੀ, ਤਾਂ ਬਹੁਤ ਸਾਰੇ ਪੰਜਾਬੀ ਮੁੰਡਿਆਂ ਨੂੰ, ਬਹੁਤ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਹੋਇਆ, ਜਿਨ੍ਹਾਂ ਦੀ ਹਾਲੇ ਤਾਈਂ ਜ਼ਮਾਨਤਾਂ ਨਹੀਂ ਹੋਈਆਂ। ਤਾਂ ਵਾਓ! ਉਹ ਇੱਕ ਐਂਗਲ ਹੈਗਾ ਜਿਹੜਾ ਲਗਾਤਾਰ ਇੱਥੇ ਡਰ ਬਣਿਆ ਰਹਿੰਦਾ ਲੋਕਾਂ ਨੂੰ। ਇਸ ਕਰਕੇ ਜਦੋਂ ਗੁਰਪਤਵੰਤ ਪੰਨੂ ਜਾਂ ਕੋਈ ਉਹਨਾਂ ਦੀ ਟੀਮ ਦੇ ਮੈਂਬਰ ਜਿਹੜੇ ਕੋਈ ਉੱਥੋਂ ਕਾਲਾਂ ਕਰਦੇ ਨੇ, ਉਹਨੂੰ ਬਾਹਲਾ ਜ਼ਿਆਦਾ ਰਿਸਪੌਂਸ ਪੰਜਾਬ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਫਿਰ ਸਿਕਿਉਰਿਟੀ ਇੰਪਲੀਕੇਸ਼ਨਸ ਹੁੰਦੀਆਂ ਨੇ ਜੇ ਉਹ ਇਹਨਾਂ ਨੂੰ ਕੋਈ ਰਿਸਪੌਂਸ ਦਿੰਦੇ ਨੇ। ਤੋ ਇਹ ਬੜੀ ਟ੍ਰਿਕੀ ਸਿਚੁਏਸ਼ਨ ਆ। ਪੰਜਾਬ ਦੇ ਜਿਹੜੇ ਲੋਕ, ਜਿਹੜੇ ਪੰਜਾਬ 'ਚ ਸਿੱਖ ਰਹਿੰਦੇ ਆ, ਖਾਸ ਤੌਰ 'ਤੇ ਵੱਧ ਟ੍ਰਿਕੀ ਸਿਚੁਏਸ਼ਨ ਜਿਹੜੇ ਇੰਡੀਆ ਦੇ ਵਿੱਚ ਸਿੱਖ ਰਹਿੰਦੇ ਆ ਪਰ ਪੰਜਾਬ ਤੋਂ ਬਾਹਰ ਰਹਿੰਦੇ ਆ, ਉਹ ਬਹੁਤ ਵਲਨਰੇਬਲ ਸਿਚੁਏਸ਼ਨਸ 'ਚ ਨੇ, ਕਿਉਂਕਿ ਉਹਨਾਂ ਦੇ ਜਿਹੜੀਆਂ ਕਲਸਟਰਸ ਨੇ, ਕੋਈ ਦੋ ਘਰ ਰਹਿੰਦੇ ਆ, ਕੋਈ ਛੋਟੇ-ਛੋਟੇ, ਕੋਈ 500 ਦੀ ਆਬਾਦੀ ਹੈ, ਕਿਤੇ ਬਹੁਤ ਥੋੜ੍ਹੀ ਪਾਪੂਲੇਸ਼ਨ ਹੈ ਇੰਡੀਆ ਦੀਆਂ ਵੱਡੀਆਂ ਸਿਟੀਜ਼ ਦੇ ਵਿੱਚ। ਫਿਰ ਖਾਸ ਤੌਰ 'ਤੇ ਜਿਹੜਾ ਨਾਰਥ ਇੰਡੀਆ, ਜਿਵੇਂ ਯੂਪੀ ਦਾ ਇਲਾਕਾ ਹੈ ਜਾਂ ਦਿੱਲੀ ਦਾ ਇਲਾਕਾ ਹੈ ਜਾਂ ਜਿਹੜਾ ਹਰਿਆਣੇ ਦਾ ਇਲਾਕਾ, ਉੱਤਰਾਖੰਡ ਦਾ ਇਲਾਕਾ ਹੈ, ਇਹਨਾਂ ਸਟੇਟਸ ਦੇ ਵਿੱਚ ਬੜੀ ਵਲਨਰੇਬਲ ਸਿਚੁਏਸ਼ਨ ਆ ਸਿੱਖਾਂ ਦੀ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਜਦੋਂ ਇੱਦਾਂ ਦੀ ਕੋਈ ਇੰਸੀਡੈਂਟ ਹੁੰਦੀ ਹੈ, ਫਿਰ ਜਿਹੜਾ ਹੇਟ ਕੈਂਪੇਨ ਚੱਲਦਾ ਹੈ ਸੋਸ਼ਲ ਮੀਡੀਆ 'ਤੇ ਜਾਂ ਭਾਰਤੀ ਮੀਡੀਆ ਦੇ ਵੱਲੋਂ, ਫਿਰ ਉਹਦੀਆਂ ਇੰਪਲੀਕੇਸ਼ਨਸ ਡਾਇਰੈਕਟਲੀ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਥੋੜ੍ਹਾ ਫਰਕ ਇਸ ਕਰਕੇ ਹੈ, ਹਾਲਾਂਕਿ ਪੰਜਾਬ ਦੇ ਵਿੱਚ ਵੀ ਜਿਹੜੀ ਉੱਥੋਂ ਦੀ ਸਰਕਾਰ ਹੈ ਜਾਂ ਪੁਲਿਸ ਆ, ਉਹ ਸਖਤ ਹੁੰਦੀ ਆ ਵੀ ਜਿਹੜੇ ਸਿੱਖ ਨੇ, ਪਰ ਇੱਥੇ ਸਿੱਖਾਂ ਦੀ ਮੈਜੋਰਿਟੀ ਹੋਣ ਕਰਕੇ ਉਸ ਲੈਵਲ ਦੀ ਜਿਹੜੀ ਪਬਲਿਕ ਸਲੈਂਡਰਿੰਗ ਹੈ, ਉਹਦੀਆਂ ਘਟਨਾਵਾਂ ਘੱਟ ਹੁੰਦੀਆਂ ਨੇ। ਹੂੰ। ਤੇ ਹੁਣ ਇਸ ਮੁੱਦੇ ਨੂੰ ਲੈ ਕੇ ਅੱਗੇ ਜਾ ਕੇ ਕੀ ਪ੍ਰਭਾਵ ਪੈ ਸਕਦਾ ਦੋਵਾਂ ਦੇਸ਼ਾਂ ਨੂੰ ਲੈ ਕੇ, ਕੈਨੇਡਾ ਅਤੇ ਇੰਡੀਆ ਦੇ ਵਿੱਚ ਕੀ ਅੱਗੇ ਜਾ ਕੇ ਇੰਪਲੀਕੇਸ਼ਨਸ ਆਉਣਗੀਆਂ? ਤੁਹਾਡੇ ਵੱਲੋਂ ਕੀ ਰਾਏ ਹੈ ਇਹਦੇ ਬਾਰੇ? ਹਾਂਜੀ, ਜਿਵੇਂ ਇੱਕ ਉਹ ਅੰਗਰੇਜ਼ੀ ਫਿਲਮ ਦਾ ਡਾਇਲੋਗ ਹੈ ਕਿ ਮਤਲਬ ਕਿ ਆਲ ਦੈਟ ਮੈਟਰ ਇਜ਼ ਅ ਬਕਸ, ਰੈਸਟ ਇਜ਼ ਅ ਕਨਵਰਸੇਸ਼ਨ। ਹੂੰ, ਤਾਂ ਜਿਹੜਾ ਇਹ ਹੈ ਕਿ ਇੰਡੀਆ ਜਿਹੜਾ ਹੈਗਾ ਬਹੁਤ ਵੱਡੀ ਇੱਕ ਮਾਰਕੀਟ ਹੈਗਾ, ਮਤਲਬ ਕਿ ਜਿਹੜੇ ਨਾਰਥ ਅਮਰੀਕਨ ਕੰਟਰੀਜ਼ ਨੇ ਉਹਨਾਂ ਲਈ, ਤੇ ਜਿਹੜੇ ਯੂਰਪੀਅਨ ਕੰਟਰੀਜ਼ ਨੇ ਉਹਨਾਂ ਲਈ। ਇਸ ਟਾਈਮ ਕੈਨੇਡਾ ਵੀ ਤੇ ਇਸ ਟਾਈਮ UK ਵੀ ਬੁਰੀ ਤਰ੍ਹਾਂ ਸਟਰਗਲ ਕਰ ਰਿਹਾ ਡੋਮੈਸਟਿਕ ਇਕੋਨਮੀ ਦੇ ਵਿੱਚ। ਤਾਂ ਇਸ ਕਰਕੇ ਉਹਨਾਂ ਨੂੰ ਭਾਰਤ ਦੇ ਨਾਲ ਜਿਹੜੇ ਟ੍ਰੇਡ ਐਗਰੀਮੈਂਟਸ ਨੇ, ਉਹਨਾਂ ਦੀ ਸਖਤ ਲੋੜ ਹੈਗੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਤਾਂ ਚਲੋ ਇਹ ਇੱਕ ਇਸ਼ੂ ਨੂੰ ਲੈ ਕੇ ਕੈਨੇਡਾ ਅੱਗੇ ਆਇਆ, ਹੂੰ, ਕੈਨੇਡਾ ਨੇ ਥੋੜ੍ਹਾ ਸਖਤੀ ਦਿਖਾਈ ਹੈ, ਪਰ ਜੋ ਮੈਨੂੰ ਸਮਝ ਬਣਦੀ ਹੈ ਉਹ ਇਹ ਹੈ ਕਿ ਜਦੋਂ ਇਹ ਸਮਾਂ ਨਿਕਲੇਗਾ, ਤਾਂ ਹੌਲੀ-ਹੌਲੀ ਜਿਹੜਾ ਹੈਗਾ ਇਕਨੋਮਿਕ ਇੰਟਰਸਟ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਇਹ ਕੇਸ ਥੋੜ੍ਹਾ ਬਹੁਤਾ ਚੱਲਦਾ ਰਹੇਗਾ, ਲਿਪ ਸਰਵਿਸ ਹੁੰਦੀ ਰਹੇਗੀ, ਤੇ ਪਰ ਬਹੁਤ ਜ਼ਿਆਦਾ ਵੱਡੇ ਪੱਧਰ ਦੀ ਕੋਈ ਤਬਦੀਲੀ ਆ ਜਾਏਗੀ ਜਾਂ ਇੰਡੀਆ ਦੇ ਖਿਲਾਫ ਬਹੁਤ ਵੱਡੇ ਲੈਵਲ 'ਤੇ ਕੈਨੇਡਾ ਚਲਾ ਜਾਏਗਾ, ਇਸ ਕਿਸਮ ਦੀ ਸੰਭਾਵਨਾ ਘੱਟ ਲੱਗਦੀ ਹੈ। ਕਿਉਂਕਿ ਜਿਹੜੀਆਂ ਦੂਸਰੀਆਂ ਫਾਈਵ ਆਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਕੰਟਰੀਜ਼ ਦਾ ਵੀ ਇੱਕ ਇਕਨੋਮਿਕ ਇੰਟਰਸਟ ਜੁੜਿਆ ਹੋਇਆ, ਅਮਰੀਕਾ ਦਾ ਵੀ ਜੁੜਿਆ ਹੋਇਆ, ਕਿਉਂਕਿ ਜਿਹੜੀ ਯੂਕਰੇਨ ਵਾਰ ਹੈ ਉਸ ਦੇ ਵਿੱਚ ਜਿਹੜਾ ਰਸ਼ੀਆ ਤੇ ਚਾਈਨਾ ਦੇ ਪ੍ਰਭਾਵ ਨੂੰ ਘਟਾਉਣ ਵਾਸਤੇ ਭਾਰਤ ਦੀ ਲੋੜ ਹੈਗੀ ਹੈ। ਭਾਰਤ ਇਸ ਹੂੰ, ਖਿੱਤੇ ਦਾ ਵੱਡਾ ਮੁਲਕ ਹੈਗਾ, ਤੇ ਉਸ ਦੇ ਕਰਕੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਰਿਲੈਕਸੇਸ਼ਨ ਲੇਟਰ ਸਟੇਜ 'ਤੇ ਜਾ ਕੇ ਅਮਰੀਕਾ ਤੇ ਦੂਜੀਆਂ ਕੰਟਰੀਜ਼ ਦੇ ਵੱਲੋਂ, ਈਵਨ ਕੈਨੇਡਾ ਦੇ ਵੱਲੋਂ ਵੀ ਦਿੱਤੀ ਜਾ ਸਕਦੀ ਹੈ ਇੰਡੀਆ ਨੂੰ ਇਸ ਮਾਮਲੇ ਦੇ ਉੱਤੇ। ਪਰ ਇਹ ਸਾਰੇ ਨੂੰ ਕਰਨ ਦਾ ਮਤਲਬ ਜੋ ਸਮਝ ਆ ਰਿਹਾ ਉਹ ਇਹ ਹੈ ਕਿ ਜਿਹੜੀ ਇਹ ਹਿਮਾਕਤ ਕੀਤੀ ਗਈ ਹੈ, ਇੱਕ ਤਾਂ ਉਹਦੇ ਬਾਰੇ ਇੱਕ ਸਿਗਨਲ ਦੇਣਾ ਸੀ ਇੰਡੀਆ ਨੂੰ ਕਿ ਤੁਸੀਂ ਅੱਗੇ ਤੋਂ ਇਹ ਕੰਮ ਨਹੀਂ ਕਰਨਾ, ਇੱਕ ਹੂੰ, ਵਾਰਨਿੰਗ ਹੈ ਇੱਕ ਹਿਸਾਬ ਦੀ।
ਦੂਸਰਾ ਇਹ ਹੈ ਕਿ ਜਿਹੜਾ ਯੂਕਰੇਨ ਵਾਰ ਦੇ ਵਿੱਚ ਇੰਡੀਆ ਨੇ ਸਟੈਂਡ ਜਿਹੜਾ ਹੈਗਾ ਉਹ ਵੈਸਟ ਦੇ ਅਗੇਂਸਟ ਲਿਆ ਤੇ ਪ੍ਰੋ ਰਸ਼ੀਆ ਲਿਆ। ਹਾਲਾਂਕਿ ਇੰਡੀਆ ਆਪਣੇ ਆਪ ਨੂੰ ਨਿਊਟਰਲ ਦੱਸ ਰਿਹਾ, ਪਰ ਉਹ ਪ੍ਰੋ ਰਸ਼ੀਆ ਸਟੈਂਡ ਲਿਆ। ਉਹਨਾਂ ਨੇ ਵਾਰ ਨੂੰ ਕੰਡੈਮ ਨਹੀਂ ਕੀਤਾ। ਜਿਹੜੀ ਕਿ G20 ਦੀ ਡੈਕਲੇਰੇਸ਼ਨ ਹੋਈ ਸੀ ਉਹਦੇ ਵਿੱਚ ਵੀ ਉਹਦੀ ਕੰਡੈਮਨੇਸ਼ਨ ਨਹੀਂ ਕੀਤੀ ਗਈ। ਤਾਂ ਇਸ ਨੂੰ ਲੈ ਕੇ ਵੀ ਵੈਸਟਰਨ ਪਾਵਰਸ ਜਿਹੜੀਆਂ ਨੇ ਨਿਰਾਸ਼ ਸੀਗੀਆਂ, ਤਾਂ ਉਹ ਇੰਡੀਆ ਨੂੰ ਇੱਕ ਝਟਕਾ ਦੇਣਾ ਚਾਹੁੰਦੇ ਸੀ। ਦੇ ਵਾਂਟਡ ਟੂ ਗਿਵ ਅ ਜੋਲਟ ਟੂ ਇੰਡੀਆ। ਤੋ ਇਨ ਅ ਨਿੱਜਰ ਕੇਸ ਦੇ ਹੈਵ ਟਰਾਈਡ ਦੈਟ, ਤੇ ਉਹ ਡਿਪਲੋਮੈਟਿਕ ਜੋਲਟ ਵੀ ਇੰਡੀਆ ਨੂੰ ਮਿਲ ਗਿਆ। ਹੁਣ ਥੋੜ੍ਹਾ ਬਹੁਤਾ ਇੰਡੀਆ ਬੈਲੈਂਸ ਕਰਕੇ ਜਾਂ ਥੋੜ੍ਹਾ ਹੋਰ ਜ਼ਿਆਦਾ ਝੁਕ ਕੇ ਵੈਸਟ ਦੇ ਵੱਲ ਚੱਲ ਸਕਦਾ ਜੇ ਇੰਡੀਆ ਜਿਹੜਾ ਹੈਗਾ ਇਸਨੂੰ ਮਤਲਬ ਕਿ ਦੂਸਰੇ ਪਾਸੇ ਜਾਂਦਾ, ਜੇ ਉਹ ਆਪ ਸਖਤ ਰੁਖ ਨਹੀਂ ਇਖਤਿਆਰ ਕਰਦਾ। ਕਿਉਂਕਿ ਇੰਡੀਆ ਦੇ ਵਿੱਚ ਇੱਕ ਆਵਾਜ਼ ਇਹ ਉੱਠ ਰਹੀ ਹੈ ਕਿ ਜੇ ਵੈਸਟ ਸਾਨੂੰ ਇੱਦਾਂ ਬਲੈਕਮੇਲ ਕਰ ਰਿਹਾ ਤਾਂ ਸਾਨੂੰ ਰਸ਼ੀਆ ਦੇ ਨਾਲ ਲੱਗ ਕੇ ਖਾਸ ਤੌਰ 'ਤੇ ਕਿ ਇਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਾਂ ਵੈਸਟ ਨੂੰ ਦਾ ਪ੍ਰੈਸ਼ਰ ਨਹੀਂ ਮੰਨਣਾ ਚਾਹੀਦਾ। ਹਾਲਾਂਕਿ ਉਹ ਲੌਬੀ ਦੀ ਥੋੜ੍ਹੀ ਘੱਟ ਵੋਇਸ ਹੈ। ਹਾਲਾਂਕਿ ਇੰਡੀਆ ਇਹੀ ਚਾਹ ਰਿਹਾ ਕਿ ਅਸੀਂ ਇਹਦੇ ਵਿੱਚੋਂ ਨਿਕਲੀਏ ਤੇ ਅਸੀਂ ਵੈਸਟ ਦੇ ਨਾਲ ਆਪਣੇ ਜਿਹੜੇ ਰਿਸ਼ਤੇ ਨੇ, ਕੈਨੇਡਾ ਦੇ ਨਾਲ ਵੀ ਈਵਨ ਸਾਡੇ ਜਿਹੜੇ ਰਿਸ਼ਤੇ ਨੇ ਉਹ ਥੋੜ੍ਹੇ ਸਮੂਥ ਕਰੀਏ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ, ਸਮੇਂ ਦੇ ਵਿੱਚ ਜਿਹੜੀ ਇਹ ਖਾਲਿਸਤਾਨ ਨੂੰ ਲੈ ਕੇ ਜਿਹੜਾ ਇਸ਼ੂ ਉੱਠ ਰਿਹਾ ਉਹਨੂੰ ਥੋੜ੍ਹਾ ਟੋਨ ਡਾਊਨ ਕਰੇਗਾ ਇੰਡੀਆ, ਕਿਉਂਕਿ ਇੰਡੀਆ ਨੂੰ ਵੀ ਰਿਐਲਿਟੀ ਦਾ ਪਤਾ ਹੈ ਕਿ ਇਸ ਜਿਹੜਾ ਇਸ਼ੂ ਹੈ ਉਹਨੂੰ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਇਹ ਡਾਇਸਪੋਰਾ ਦੇ ਵਿੱਚ ਇੰਨਾ ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ, ਬਹੁਤ ਛੋਟੇ ਲੈਵਲ 'ਤੇ ਬਹੁਤ ਥੋੜ੍ਹਾ ਟਾਈਨੀ ਸੈਕਸ਼ਨ ਹੈ ਜਿਹੜਾ ਕਿ ਇਸ ਨੂੰ ਬਿਲੀਵ ਕਰਦਾ ਜਾਂ ਕੋਈ ਉੱਤੇ ਪੋਲੀਟੀਕਲ ਐਕਟੀਵਿਟੀ ਕਰਦਾ। ਪਰ ਇੰਡੀਆ ਉਹਨੂੰ ਇੰਨਾ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਕਿ ਵੀ ਜਿਵੇਂ ਦਿਸ ਇਜ਼ ਓਨਲੀ ਦ ਐਲੀਫੈਂਟ ਇਨ ਦ ਰੂਮ। ਤਾਂ ਉਹ ਕਿਤੇ ਨਾ ਕਿਤੇ ਤਾਂ ਇੰਡੀਆ ਨੂੰ ਵੀ ਪਤਾ ਹੈ ਕਿ ਸਾਰੀ ਕ੍ਰੀਏਟਡ ਕੰਸਟਰਕਸ਼ਨ ਹੈ। ਤਾਂ ਇਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਡੋਮੈਸਟਿਕ ਪੋਲੀਟਿਕਸ ਦੀ ਵਜ੍ਹਾ ਕਰਕੇ ਕੋਈ ਅਗਲੇ ਸਾਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਭਾਰਤ ਦੇ ਵਿੱਚ ਜਨਰਲ ਇਲੈਕਸ਼ਨ ਹੋਣੀ ਹੈ, ਤਾਂ ਉਸ ਇਲੈਕਸ਼ਨ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਹੈ ਉਹ ਇਸ ਇਸ਼ੂ 'ਤੇ ਕਰਕੇ ਇੱਕ ਜਿਹੜੀ ਹਿੰਦੂ ਮੈਜੋਰਿਟੀ ਹੈ ਉਸ ਦੀ ਵੋਟ ਲੈਣ ਦਾ ਜਿਹੜਾ ਇੱਕ ਪ੍ਰੋਸੈਸ ਹੈ ਉਹ ਵੀ ਇੱਕ ਮੰਨਿਆ ਜਾ ਰਿਹਾ ਕਿ ਇਹਦੀ ਇੰਟਰਪ੍ਰੀਟੇਸ਼ਨ ਇੱਦਾਂ ਵੀ ਕੀਤੀ ਜਾ ਰਹੀ ਹੈ ਕਿ ਇਹ ਜਦੋਂ ਤੱਕ ਚੋਣਾਂ ਹੋਣਗੀਆਂ ਭਾਰਤ ਦੀਆਂ ਉਦੋਂ ਤੱਕ ਇਹ ਮੁੱਦਾ ਹਵਾ 'ਚ ਰਹੇਗਾ। ਤੇ ਇਹਦਾ ਇਸਾ ਹੀ ਪੱਖ ਦੂਜੇ ਪਾਸੇ ਟਰੂਡੋ ਦਾ ਵੀ ਹੈ ਕਿ ਟਰੂਡੋ ਦੀ ਵੀ ਡੋਮੈਸਟਿਕ ਪੋਲੀਟਿਕਸ ਦੇ ਵਿੱਚ ਜਿਹੜੀ ਜਗਮੀਤ ਦੀ ਪਾਰਟੀ ਹੈ ਉਹਦੇ ਨਾਲ ਚੱਲ ਰਹੀ ਹੈ ਉਹਨਾਂ ਦੀ ਸਰਕਾਰ, ਤੇ ਉਹ ਵੀ ਆਪਣੀ ਜਿਹੜੀ ਸਿੱਖ ਕੰਸਟੀਚੁਐਂਸੀ ਆ ਉਹਨਾਂ ਨੂੰ ਸੈਟਿਸਫਾਈ ਰੱਖਣ ਲਈ ਇਹ ਜਿਹੜਾ ਨਿੱਜਰ ਦਾ ਮੁੱਦਾ ਇੱਦਾਂ ਚੱਕ ਰਿਹਾ। ਇਹ ਇੰਟਰਪ੍ਰੀਟੇਸ਼ਨਸ ਨੇ, ਹਾਲਾਂਕਿ ਗਵਰਨਮੈਂਟਸ ਇਹਨੂੰ ਡਿਨਾਈ ਕਰਦੀਆਂ ਨੇ।